friends, कैसे हो आप सब? I hope you all are doing so well in your life and welcome back again to my channel that is Never Stop Learning. So आज की जो मेरी वीडियो है that is a demanding video जिसका जो टॉपिक है वो मैंने सिलेक्ट किया है जो पंजाब स्कूल एजुकेशन बोर्ड के जो सिलेबस है एसएसटी का सिलेबस जिसमें मैंने बेसिकली मुझे सिलेक्ट करवाया गया है हिस्ट्री का। तो लास्ट जो मैंने टॉपिक बनाया था क्लास 8 का वो था बेसिकली ट्राइबल सोसाइटी मींस कॉलोनिज्म एंड द ट्राइबल सोसाइटी। उसके बाद आज जो हम टॉपिक करेंगे दैट इज रिलेटेड विद द हैंडीक्राफ्ट एंड इंडस्ट्री, जिसमें हम बेसिकली मेन करेंगे उनके डिक्लाइन के बारे में कि जो इंडिया में स्मॉल स्केल इंडस्ट्रीज जो चल रही थी मींस उनका डिक्लाइन क्यों हुआ था, व्हाट वर द मेन रीजंस, क्या कॉजेज क्या थे कि जो वो इंडस्ट्री थी उसका डिक्लाइन होना स्टार्ट हो गया था। तो उसी के साथ जो है आज की जो मेरी वीडियो है दैट इज रिलेटेड विद दी हैंडीक्राफ्ट एंड इंडस्ट्री। आई होप दिस वीडियो विल प्रूव वेरी बेनिफिशियल फॉर यू गाइस। अगर आपको मेरी वीडियो अच्छी लगे तो मेरी वीडियो को लाइक करना, शेयर करना एंड डोंट फॉरगेट टू सब्सक्राइब माय चैनल दैट इज नेवर स्टॉप लर्निंग। तो चलिए एक बार मैं आपको टॉपिक का नेम बता देती हूँ, डेट इज द हैंडीक्राफ्ट एंड इंडस्ट्री। ठीक है, जिसमें हम बेसिकली ये लर्न करेंगे कि इंडिया में जब स्मॉल स्केल इंडस्ट्रीज थी उसका मीन्स डिक्लाइन किस तरह हुआ था, उस चीज़ का पतन किस तरह होया, वो किस तरह घट गई सी, दैन वो जगह पर कि नवी इंडस्ट्रीज आईयां सीगियां, ब्रिटिशर्स कि नवी इंडस्ट्रीज लैके आए थे। तो चलिए विदाउट वेस्टिंग एनी टाइम लेट्स जस्ट मूव ऑन टुवर्ड्स आवर वीडियो दैट इज द हैंडीक्राफ्ट एंड इंडस्ट्री। तो चलिए सबसे पहले हम करते हैं डिक्लाइन ऑफ स्मॉल स्केल इंडस्ट्रीज इन द 19th सेंचुरी। 18th सेंचुरी में लाइक आप कह सकते हैं कि इन द मिड ऑफ 18th सेंचुरी 18वीं सदी के मध्य ਦੇ ਵਿੱਚ ब्रिटिश राज आ चुका ਸੀਗਾ। ठीक है, ਹੁਣ ਸਮੌਲ ਸਕੇਲ ਇੰਡਸਟਰੀਜ਼ ਕੀ ਸੀਗੀਆਂ? ਸਮੌਲ ਸਕੇਲ ਇੰਡਸਟਰੀਜ਼ ਬੇਸਿਕਲੀ ਉਹ ਇੰਡਸਟਰੀਆਂ ਸੀਗੀਆਂ, ਠੀਕ ਹੈ, ਉਹ ਕਾਰਖਾਨੇ ਹੁੰਦੇ ਸੀਗੇ ਜਿੱਥੇ ਜਿਹੜੇ ਪਿੰਡਾਂ ਦੇ ਲੋਕ ਆਪਣੀ ਜ਼ਰੂਰਤਾਂ ਨੂੰ ਇੱਕ ਦੂਜੇ ਦੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਛੋਟੇ ਛੋਟੇ ਜਿਹੜੇ ਸੀਗੇ ਉਹਨਾਂ ਨੇ ਕੰਮ ਖੋਲ੍ਹੇ ਹੋਏ ਸੀਗੇ। ਇਟ ਇਜ਼ ਕਾਲਡ ਸਮੌਲ ਸਕੇਲ ਇੰਡਸਟਰੀ, ਜੋ ਕਿ ਟਾਊਨ ਦੇ ਵਿੱਚ ਤੇ ਵਿਲੇजेस ਦੇ ਵਿੱਚ ਦੋਨਾਂ ਵਿੱਚ ਇਹ ਕੰਮ ਹੁੰਦਾ ਸੀਗਾ। ठीक है, ਹੁਣ ਇਸ ਚੀਜ਼ ਦਾ ਜਿਹੜਾ ਹੈਗਾ ਹੈ ਡਿਕਲਾਈਨ ਮੀਨਸ ਇਸ ਚੀਜ਼ ਦਾ ਹੁਣ ਪਤਨ ਕਿਸ ਤਰ੍ਹਾਂ ਹੋਣਾ ਸਟਾਰਟ ਹੋ ਗਿਆ ਸੀਗਾ। ਜਦੋਂ ਬ੍ਰਿਟਿਸ਼ ਰੂਲ ਹਜੇ ਨਹੀਂ ਸੀਗਾ ਉਸ ਸਮੇਂ ਬੇਸਿਕਲੀ ਜਦੋਂ ਬ੍ਰਿਟਿਸ਼ ਰੂਲ ਨਹੀਂ ਸੀਗਾ ਉਦੋਂ ਮੇਨ ਕੰਮ ਕਿਹੜੇ ਹੁੰਦੇ ਸੀਗੇ, ਜਿਸ ਤਰ੍ਹਾਂ ਬਲੈਕ ਸਮਿਥ ਹੋ ਗਿਆ, ਠੀਕ ਹੈ, ਵੀਵਰ ਦਾ ਕੰਮ ਹੋ ਗਿਆ, ਫਾਰਮਰਸ ਹੋ ਗਏ, ਆਇਰਨ ਸਮਿਥ ਹੋ ਗਿਆ ਜਿੱਦਾਂ ਲੋਹੇ ਦਾ ਕੰਮ ਕਰਨ ਵਾਲੇ ਹੋ ਗਏ, ਠੀਕ ਹੈ, ਕੋਬਲਰ ਵਗੈਰਾ ਹੋ ਗਿਆ ਜਾਂ ਘੁਮਿਆਰ ਵਗੈਰਾ ਹੋ ਗਏ, ठीक है, मोची वगैरह मीनस ये ਜਿਹੜੇ ਸਾਰੇ ਕੰਮ ਹੁੰਦੇ ਸੀਗੇ। ਠੀਕ ਹੈ, ਇਹ ਜਿਹੜੇ ਸਾਰੇ ਕੰਮ ਸੀਗੇ ਨਾ ਇਹ ਵਿਲੇਜ ਦੇ ਜਿਹੜੇ ਲੋਕ ਹੁੰਦੇ ਸੀਗੇ ਇਹ ਆਪਸ ਵਿੱਚ ਇਕੱਠੇ ਮਿਲ ਕੇ ਜਿਹੜੇ ਸੀਗੇ ਇਸ ਨੂੰ ਪੂਰਾ ਕਰ ਲੈਂਦੇ ਸੀ, ਆਪਣੀ ਜ਼ਰੂਰਤਾਂ ਨੂੰ ਪੂਰਾ ਕਰ ਲੈਂਦੇ ਸੀਗੇ। ਤਾਂ ਉਹਨਾਂ ਨੇ ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਸੀਗੇ ਕੰਮ ਕਰਨੇ ਸਟਾਰਟ ਕੀਤੇ ਹੋਏ ਸੀਗੇ। ਠੀਕ ਹੈ, ਬਿਫੋਰ ਦ ਬ੍ਰਿਟਿਸ਼ ਰੂਲ। ਠੀਕ ਹੈ, ਇਹ ਜਿਹੜਾ ਹੱਥੀਂ ਕੰਮ ਕਰਦੇ ਸੀਗੇ, ਜਿਹੜੀ ਇਹਨਾਂ ਨੇ ਛੋਟੀ ਛੋਟੀ ਜਿਹੜੀ ਫੈਕਟਰੀਜ਼ ਜਿਹੜੀ ਸੀਗੀਆਂ ਸੈਟਅਪ ਕੀਤੀਆਂ ਸੀਗੀਆਂ ਉਹ ਕਾਹਦੇ ਵਾਸਤੇ ਸੀਗੀਆਂ? ਬਿਕੋਜ਼ ਦੇ ਆਰ ਮੀਨਸ ਆਫ ਲਾਈਵਲੀਹੁੱਡ। ਇੱਥੋਂ ਹੀ ਜਿਹੜਾ ਸੀਗਾ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ, ਇੱਥੋਂ ਹੀ ਜਿਹੜਾ ਸੀਗਾ ਉਹ ਪੈਸੇ ਕਮਾਉਂਦੇ ਸੀਗੇ। ਪਰ ਹੁਣ ਕੀ ਹੋਇਆ ਸੀਗਾ, ਜਦੋਂ 18ਵੀਂ ਸਦੀ ਦੇ ਵਿੱਚ ਇਨ ਦ ਮਿਡਲ ਆਫ 18th ਸੈਂਚੁਰੀ, ਠੀਕ ਹੈ, ਉਸ ਤੋਂ ਬਾਅਦ ਕਾਫੀ ਟਾਈਮ ਲੰਬੇ ਸਮੇਂ ਤੱਕ ਉਹਨਾਂ ਨੇ ਅਬਵ 80 ਈਅਰਸ ਤੋਂ ਵੀ ਉੱਪਰ ਉਹਨਾਂ ਨੇ ਜਿਹੜਾ ਹੈਗਾ ਰਾਜ ਕੀਤਾ ਹੈਗਾ ਆ। ਠੀਕ ਹੈ, ਬ੍ਰਿਟਿਸ਼ ਰੂਲ ਦੇ ਐਸਟੈਬਲਿਸ਼ਮੈਂਟ ਦੇ ਨਾਲ ਕੀ ਹੋਇਆ ਸੀਗਾ, ਜਿਹੜਾ ਇੰਡੀਅਨ ਵਿਲੇਜਰਸ ਜਿਹੜੇ ਸੀਗੇ ਉਹਨਾਂ ਨੇ ਵੀ ਕੀ ਕੀਤਾ ਸੀਗਾ, ਜਿਹੜੇ ਹੁਣ ਫੈਕਟਰੀਆਂ 'ਚ ਜਿਹੜੇ ਪ੍ਰੋਡਕਟ ਬਣਦੇ ਸੀਗੇ ਲਾਈਕ ਇਸ ਤਰ੍ਹਾਂ ਹੁਣ ਜਿੱਦਾਂ ਤੁਸੀਂ ਪਿਕਚਰ ਦੇਖ ਸਕਦੇ ਹੋ ਫੈਕਟਰੀਆਂ 'ਚ ਮੀਨਸ ਪ੍ਰੋਡਕਟ ਬਣਨੇ ਸਟਾਰਟ ਹੋ ਗਏ ਸੀਗੇ। ਹੁਣ ਇਹ ਜਿਹੜੇ ਪ੍ਰੋਡਕਟ ਹੁੰਦੇ ਸੀਗੇ ਇਹਨਾਂ ਦੀ ਕੁਆਲਿਟੀ ਜਿਹੜੀ ਸੀਗੀ ਉਹ ਕਾਫੀ ਅੱਛੀ ਹੁੰਦੀ ਸੀਗੀ ਐਜ਼ ਕੰਪੇਅਰ ਟੂ ਜਿਹੜੇ ਹੱਥੀਂ ਕੰਮ ਕੀਤਾ ਹੁੰਦਾ ਸੀਗਾ। ਇਹਨਾਂ ਦੀ ਕੁਆਲਿਟੀ ਵੀ ਅੱਛੀ ਹੁੰਦੀ ਸੀਗੀ, ਇਹਨਾਂ ਦੀ ਪ੍ਰੋਡਕਸ਼ਨ ਜਿਹੜੀ ਸੀਗੀ ਇੱਕ ਟਾਈਮ 'ਤੇ ਕਾਫੀ ਮੀਨਸ ਪ੍ਰੋਡਕਸ਼ਨ ਹੋ ਸਕਦੀ ਸੀਗੀ। ਠੀਕ ਹੈ, ਬਟ ਇਹਨਾਂ ਜਿਹੜਾ ਰੇਟ ਸੀਗਾ ਉਹ ਬਹੁਤ ਘੱਟ ਸੀਗਾ। ਇਸੇ ਕਰਕੇ ਖੁਦ ਜਦੋਂ ਬ੍ਰਿਟਿਸ਼ ਰੂਲ ਹੋਇਆ ਸੀਗਾ ਉਹਨਾਂ ਨੇ ਫੈਕਟਰੀਜ਼ ਵਗੈਰਾ ਸੈਟਅਪ ਕੀਤੀਆਂ ਸੀਗੀਆਂ ਤੇ ਜਿਹਨਾਂ ਕੀ ਹੋਇਆ ਸੀਗਾ ਜਿਹੜੇ ਇੰਡੀਅਨ ਵਿਲੇਜਰਸ ਜਿਹੜੇ ਸੀਗੇ ਦੇ ਆਲਸੋ ਸਟਾਰਟਡ ਯੂਜ਼ਿੰਗ ਥੀਸ ਪ੍ਰੋਡਕਟਸ। ਕਿਉਂ? ਕਿਉਂਕਿ ਇੱਕ ਤਾਂ ਇਹਨਾਂ ਦੀ ਕੁਆਲਿਟੀ ਅੱਛੀ ਹੁੰਦੀ ਸੀ, ਦੂਸਰਾ ਇਹ ਇੰਨੇ ਜ਼ਿਆਦਾ ਚੀਪ ਹੁੰਦੇ ਸੀਗੇ ਮੀਨਸ ਜ਼ਿਆਦਾ ਐਕਸਪੈਂਸਿਵ ਬਿਲਕੁਲ ਨਹੀਂ ਸੀਗੇ, ਇਹਨਾਂ ਦੀ ਕੀਮਤ ਜਿਹੜੀ ਸੀ ਬਹੁਤ ਜ਼ਿਆਦਾ ਘੱਟ ਹੁੰਦੀ ਸੀਗੀ ਤੇ ਕੁਆਲਿਟੀ ਇਹਨਾਂ ਦੀ ਇੱਕ ਨੰਬਰ ਹੁੰਦੀ ਸੀਗੀ। ਠੀਕ ਹੈ, ਇਸੇ ਕਰਕੇ ਜਿਹੜੀ ਸਮੌਲ ਸਕੇਲ ਇੰਡਸਟਰੀ ਜਿਹੜੀ ਸੀਗੀਆਂ ਜਿਹੜੀ ਮੀਨਸ ਇੱਦਾਂ ਟਾਊਨਸ ਔਰ ਵਿਲੇजेस ਦੇ ਵਿੱਚ ਜਿਹੜੀ ਛੋਟੀ ਛੋਟੀ ਇੰਡਸਟਰੀ ਛੋਟੀ ਛੋਟੀ ਜਿਹੜੀ ਫੈਕਟਰੀਜ਼ ਜਿਹੜੀਆਂ ਸੀਗੀਆਂ ਸੈਟਅਪ ਸੀਗੀਆਂ ਉਹਨਾਂ ਦਾ ਪਤਨ ਹੋਣਾ ਸਟਾਰਟ ਹੋ ਗਿਆ। ਦੈਟ ਸਟਾਰਟਡ ਡਿਕਲਾਈਨਿੰਗ, ਉਹਨਾਂ ਦਾ ਪਤਨ ਹੋਣਾ ਸਟਾਰਟ ਹੋ ਗਿਆ। ਡਿਕਲਾਈਨਿੰਗ ਮੀਨਸ ਪਤਨ ਹੋਣਾ, ਘਟਣੀਆਂ ਸਟਾਰਟ ਹੋ ਗਈਆਂ ਤੇ ਜਿਹੜੇ ਵਰਕਰਸ ਜਿਹੜੇ ਸੀਗੇ ਦੇ ਬਿਕੇਮ ਅਨਇੰਪਲੋਇਡ, ਉਹ ਬੇਰੁਜ਼ਗਾਰ ਹੋ ਗਏ
ਉਹਨਾਂ ਨੂੰ ਕੋਈ ਕੰਮ ਨਹੀਂ ਰਿਹਾ ਉਹਨਾਂ ਕੋਲ, ਕਿਉਂਕਿ ਸਾਰੇ ਕਿੱਧਰ ਮੂਵ ਉਹਨਾਂ ਨੇ ਮੂਵ ਕਿੱਥੇ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਸੀਗਾ, ਫੈਕਟਰੀਆਂ ਵੱਲ ਮੂਵ ਹੋਣਾ ਸ਼ੁਰੂ ਕਰ ਦਿੱਤਾ ਸੀਗਾ। ਸਾਰੇ ਵਰਕਰਸ ਹੁਣ ਇੱਥੇ ਆ ਕੇ ਕੰਮ ਕਰਨਾ ਉਹਨਾਂ ਨੇ ਸਟਾਰਟ ਕਰ ਦਿੱਤਾ ਸੀਗਾ, ਤੇ ਜਿਹੜੇ ਹੁਣ ਛੋਟੇ ਛੋਟੇ ਜਿਹੜੀ ਫੈਕਟਰੀਆਂ ਚੱਲਦੀਆਂ ਸੀਗੀਆਂ ਉਹ ਖਤਮ ਹੋ ਗਈਆਂ ਸੀ। ਨੈਕਸਟ ਹੁਣ ਅਸੀਂ ਕਰਾਂਗੇ ਕਾਜ਼ਜ਼ ਆਫ ਡਿਕਲਾਈਨ ਆਫ ਸਮਾਲ ਸਕੇਲ ਇੰਡਸਟਰੀਜ਼। ਹੁਣ ਅਸੀਂ ਇਹਦੇ ਥੋੜੇ ਕਾਜ਼ਜ਼ ਕਰਾਂਗੇ ਕਿ ਜਿਹੜੇ ਸਮਾਲ ਸਕੇਲ ਇੰਡਸਟਰੀਜ਼ ਜਿਹੜੀ ਸੀਗੀਆਂ, ਮੀਨ ਜਿਹੜੇ ਛੋਟੇ ਛੋਟੇ ਕਾਰਖਾਨੇ ਜਿਹੜੇ ਸੀਗੇ, ਛੋਟੀ ਛੋਟੀ ਫੈਕਟਰੀ ਜਿਹੜੀ ਐਸਟੈਬਲਿਸ਼ ਸੀਗੀਆਂ ਇੰਡੀਆ ਦੇ ਵਿੱਚ, ਉਹ ਕਿਸ ਤਰ੍ਹਾਂ ਘਟਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਸਭ ਤੋਂ ਪਹਿਲਾ ਕਾਰਨ ਆਉਂਦਾ ਹੈਗਾ ਆ ਐਬਲੀਸ਼ਨ ਆਫ ਨੇਟਿਵ ਪ੍ਰਿੰਸਲੀ ਸਟੇਟਸ, ਵਿਚ ਮੀਨਸ ਇਹਦਾ ਕੀ ਮਤਲਬ ਹੈਗਾ ਆ ਕਿ ਜਿਹੜੀ ਨੇਟਿਵ ਸਟੇਟਸ ਜਿਹੜੀਆਂ ਸੀਗੀਆਂ ਉਹਨਾਂ ਦੇ ਕਾਨੂੰਨ ਨੂੰ ਟੋਟਲੀ ਅਬੋਲਿਸ਼ ਕਰ ਦਿੱਤਾ ਸੀਗਾ, ਮੀਨਸ ਟੋਟਲੀ ਰੱਦ ਕਰ ਦਿੱਤਾ ਗਿਆ ਸੀਗਾ। ਉਹ ਕਿੱਦਾਂ ਰੱਦ ਹੋਇਆ ਸੀਗਾ, ਕਿਉਂਕਿ ਉਸ ਸਮੇਂ ਕੀ ਸੀਗਾ, ਬ੍ਰਿਟਿਸ਼ ਰਾਜ ਸੀਗਾ। ਹੁਣ ਬ੍ਰਿਟਿਸ਼ ਦਾ ਰਾਜ ਹੋਣਾ ਸ਼ੁਰੂ ਹੋ ਗਿਆ ਸੀਗਾ। ਬ੍ਰਿਟਿਸ਼ ਨੇ ਆਪਣੀ ਆਰਮੀਜ਼ ਜਿਹੜੀਆਂ ਸੀਗੀਆਂ ਉੱਥੇ ਭੇਜ ਕੇ ਜਿੱਦਾਂ ਉਹਨਾਂ ਸਟੇਟਸ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਸੀਗਾ, ਜਿਹਦੇ ਕਾਰਨ ਕੀ ਹੋਇਆ ਸੀਗਾ ਕਿ ਬ੍ਰਿਟਿਸ਼ ਨੇ ਕੀ ਕੀਤਾ ਸੀਗਾ, ਜਿੱਦਾਂ ਕਾਫੀ ਸਟੇਟਸ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ। ਉਹਨਾਂ ਨੂੰ ਕਬਜ਼ਾ ਕਰਨ ਤੋਂ ਬਾਅਦ ਕੀ ਹੋਇਆ ਸੀ ਕਿ ਜਿਹੜੇ ਉੱਥੇ ਦੇ ਜਿਹੜੇ ਛੋਟੇ ਛੋਟੇ ਜਿਹੜੇ ਇੰਡਸਟਰੀਜ਼ ਜਿਹੜੀਆਂ ਸੀਗੀਆਂ, ਜਿਹੜੀ ਫੈਕਟਰੀਆਂ ਜਿਹੜੀਆਂ ਸੀਗੀਆਂ, ਉਹ ਵੀ ਖਤਮ ਹੋ ਗਈਆਂ, ਉਹ ਵੀ ਤਬਾਹ ਹੋ ਗਈਆਂ। ਹੁਣ ਇਹਦੇ ਨਾਲ ਕੀ ਹੋਇਆ, ਜੇ ਇੰਡਸਟਰੀ ਖਤਮ ਹੋ ਗਈ, ਠੀਕ ਹੈ, ਉੱਥੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਵਰਕਰਸ ਹੈਗੇ ਆ ਉਹ ਬੇਰੁਜ਼ਗਾਰ ਹੋ ਚੁੱਕੇ, ਜਿਹਨਾਂ ਕੀ ਹੋਇਆ ਸੀਗਾ ਕਿ ਜਿਹੜੇ ਇੰਡਸਟਰੀ ਜਿਹੜੀਆਂ ਸੀਗੀਆਂ ਉਹਨਾਂ ਦਾ ਡਿਕਲਾਈਨ ਹੋਣਾ ਹੁਣ ਸਟਾਰਟ ਹੋ ਗਿਆ ਸੀਗਾ। ਇਹ ਸਭ ਤੋਂ ਇੱਕ ਮੇਨ ਕਾਰਨ ਮੰਨਿਆ ਜਾਂਦਾ ਹੈਗਾ ਆ। ਸਭ ਤੋਂ ਵੱਡਾ ਇੱਕ ਮੇਨ ਕਾਰਨ ਮੰਨਿਆ ਜਾਂਦਾ ਹੈ ਡੈਟ ਇਜ਼ ਦੀ ਕਿ ਐਬਲੀਸ਼ਨ ਹੋ ਗਿਆ ਸੀਗਾ ਨੇਟਿਵ ਪ੍ਰਿੰਸਲੀ ਸਟੇਟ ਦਾ। ਉਹ ਕਿਸ ਤਰ੍ਹਾਂ ਹੋਇਆ ਸੀਗਾ, ਬਿਕੋਜ਼ ਆਫ ਦੀ ਬ੍ਰਿਟਿਸ਼ ਰਾਜ। ਬ੍ਰਿਟਿਸ਼ਰਸ ਨੇ ਕੀ ਕੀਤਾ ਸੀਗਾ ਇੱਥੇ, ਮੀਨਸ ਆਪਣਾ ਜਿਸ ਤਰ੍ਹਾਂ ਕਬਜ਼ਾ ਕਰ ਲਿਆ ਸੀਗਾ, ਅਬ ਬ੍ਰਿਟਿਸ਼ ਰਾਜ ਦੇ ਕਾਰਨ ਜਿਹੜਾ ਸੀਗਾ ਇੱਥੇ ਸਮੌਲ ਸਕੇਲ ਇੰਡਸਟਰੀਜ਼ ਖਤਮ ਹੋ ਗਈਆਂ ਸੀਗੀਆਂ। ਬ੍ਰਿਟਿਸ਼ਰਸ ਅਬੋਲਿਸ਼ ਮੈਨੀ ਇੰਡੀਅਨ ਪ੍ਰਿੰਸਲੀ ਸਟੇਟਸ, ਠੀਕ ਹੈ। ਇਸੇ ਕਾਰਨ ਕੀ ਹੋਇਆ ਸੀਗਾ ਕਿ ਸਮੌਲ ਸਕੇਲ ਇੰਡਸਟਰੀ ਜਿਹੜੀ ਸੀਗੀ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀਗਾ। ਬਿਕੋਜ਼ ਦ ਕਿੰਗਸ, ਕਿਉਂਕਿ ਜ਼ਿਆਦਾਤਰ ਜਿਹੜੇ ਕਿੰਗਸ ਹੋ ਗਏ ਜਾਂ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਹੋ ਗਏ, ਆਪਣੀ ਜੋ ਵੀ ਚੀਜ਼ਾਂ ਜਿੱਦਾਂ ਪਹਿਨਦੇ ਸੀਗੇ, ਜਿੱਦਾਂ ਕੋਈ ਔਰਨਾਮੈਂਟਸ ਕੋਈ ਪਹਿਨੇ ਹੋਏ ਜਾਂ ਕੋਈ ਆਪਣੀ ਪੋਸ਼ਾਕ ਜਿਹੜੀ ਪਹਿਨੀ ਹੋਈ, ਕੋਈ ਆਪਣੀ ਅਟਾਇਰ ਜੋ ਵੀ ਪਹਿਨੀ ਹੋਈ ਸੀਗੀ, ਉਹ ਸਾਰੇ ਉਹ ਕਿੱਥੋਂ ਬਣਵਾਉਂਦੇ ਸੀਗੇ, ਇਸੀ ਇੰਡਸਟਰੀਜ਼ ਤੋਂ ਬਣਵਾਉਂਦੇ ਸੀਗੇ। ਜਦੋਂ ਇਸ ਇੰਡਸਟਰੀ ਨੂੰ ਕਾਫੀ ਜ਼ਿਆਦਾ ਭਾਰੀ ਸੱਟ ਵੱਜੀ ਬਿਕੋਜ਼ ਆਫ ਬ੍ਰਿਟਿਸ਼ ਰਾਜ, ਤੇ ਉਹਦੇ ਨਾਲ ਕੀ ਹੋਇਆ ਸੀਗਾ ਕਿ ਸਮੌਲ ਸਕੇਲ ਇੰਡਸਟਰੀਜ਼ ਇੱਕਦਮ ਬੰਦ ਹੋ ਗਈ। Because the kings and their family members used to use the things made by the small scale industry, ਕਿਉਂਕਿ ਕਿੰਗ ਤੇ ਉਹਦੇ ਪਰਿਵਾਰ ਦੇ ਜਿੰਨੇ ਵੀ ਜਿਹੜੇ ਮੈਂਬਰਸ ਹੁੰਦੇ ਸੀਗੇ, ਉਹ ਸਾਰੇ ਦੇ ਸਾਰੇ ਜੋ ਵੀ ਚੀਜ਼ਾਂ ਬਣਵਾਉਂਦੇ ਸੀ ਆਪਣੇ ਇਸੇ ਇੰਡਸਟਰੀਜ਼ ਤੋਂ ਬਣਵਾਉਂਦੇ ਸੀਗੇ। ਹੁਣ ਇਹ ਜਦੋਂ ਬ੍ਰਿਟਿਸ਼ ਰਾਜ ਹੋ ਗਿਆ ਤੇ ਬ੍ਰਿਟਿਸ਼ ਨੇ ਕੀ ਕੀਤਾ ਸੀਗਾ ਕਿ ਇੱਥੇ ਕਾਫੀ ਤਬਾਹੀ ਕੀਤੀ ਸਟੇਟਸ ਦੇ ਉੱਪਰ, ਤੇ ਜਿਹਦੇ ਕਾਰਨ ਕੀ ਹੋਇਆ, ਇੰਡਸਟਰੀਜ਼ ਜਿਹੜੀਆਂ ਸੀਗੀਆਂ ਉਹ ਮੀਨਸ ਡਿਕਲਾਈਨ ਹੋਣੀਆਂ ਸਟਾਰਟ ਹੋ ਗਈਆਂ। ਤੇ ਦੂਜਾ ਮੇਨ ਕਾਰਨ ਕੀ ਆਉਂਦਾ ਹੈਗਾ ਆ, ਹਾਈ ਰੇਟ ਆਫ ਸਮਾਲ ਸਕੇਲ ਕਮੋਡਿਟੀਜ਼। ਹੁਣ ਸਭ ਤੋਂ ਵੱਡਾ ਮੇਨ ਕਾਰਨ ਇਹੀ ਮੰਨਿਆ ਜਾਂਦਾ ਕਿ ਜਿਹੜੀ ਇੰਡਸਟਰੀ ਜਿਹੜੀ ਸੀਗੀਆਂ, ਸਮਾਲ ਸਕੇਲ ਇੰਡਸਟਰੀ ਜਿਹੜੀ ਛੋਟੀ ਛੋਟੀ ਇੰਡਸਟਰੀ ਖੁੱਲੀਆਂ ਸੀਗੀਆਂ, ਇਹ ਕਿਉਂ ਬੰਦ ਹੋ ਗਈਆਂ। ਸਭ ਤੋਂ ਵੱਡਾ ਮੇਨ ਕਾਰਨ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਇਹਨਾਂ ਦੀ ਕੁਆਲਿਟੀ ਤਾਂ ਇੰਨੀ ਅੱਛੀ ਨਹੀਂ ਹੁੰਦੀ ਸੀ, ਮਤਲਬ ਇੰਨੀ ਜ਼ਿਆਦਾ ਫਾਈਨ ਨਹੀਂ ਹੁੰਦੀ ਸੀਗੀ, ਤੇ ਇਹਨਾਂ ਦੀ ਰੇਟ ਬਹੁਤ ਜ਼ਿਆਦਾ ਹੁੰਦੇ ਸੀ। ਉਹ ਕਿਉਂਕਿ ਜਿਹੜੇ ਵਰਕਰਸ ਹੁੰਦੇ ਸੀਗੇ ਉਹ ਆਪਣੇ ਹੱਥੀਂ ਕੰਮ ਕਰਦੇ ਸੀਗੇ, ਆਪਣੀ ਲੇਬਰ ਦੇ ਕਾਰਨ ਹੀ ਉਹ ਜ਼ਿਆਦਾ ਮੀਨਸ ਪੈਸੇ ਲੈਂਦੇ ਸੀਗੇ। ਤੇ ਸਮੌਲ ਸਕੇਲ ਇੰਡਸਟਰੀਜ਼ ਦੇ ਕੀ ਹੋਇਆ ਸੀਗਾ ਕਿ ਰੇਟ ਕਾਫੀ ਜ਼ਿਆਦਾ ਹਾਈ ਹੁੰਦੇ ਸੀਗੇ। ਔਨ ਦਾ ਅਦਰ ਹੈਂਡ ਜਦੋਂ ਬ੍ਰਿਟਿਸ਼ ਰਾਜ ਆਇਆ, ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ, ਠੀਕ ਹੈ, ਜਦੋਂ ਇੰਡਸਟਰੀਅਲ ਰੈਵੋਲੂਸ਼ਨ ਜਿਹੜੀ 18th ਸੈਂਚੁਰੀ ਵਿੱਚ ਜਦੋਂ ਆ ਗਈ ਸੀਗੀ, ਤਾਂ ਫੈਕਟਰੀ ਸੈਟਅਪ ਹੋ ਗਈਆਂ। ਫੈਕਟਰੀ ਜਦੋਂ ਸੈਟਅਪ ਹੋਈਆਂ ਸੀਗੀਆਂ ਤੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਸੀਗੀ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋ ਗਈ, ਠੀਕ ਹੈ। ਜਿਹੜੀ ਮੀਨਸ ਕੋਈ ਵੀ ਚੀਜ਼ਾਂ, ਕੋਈ ਵੀ ਕਮੋਡਿਟੀਜ਼ ਜਿਹੜੀ ਬਣਾਈਆਂ ਜਾਂਦੀਆਂ ਸੀਗੀਆਂ, ਕੋਈ ਵੀ ਵਸਤੂਆਂ ਜਿਹੜੀ ਬਣਾਈਆਂ ਜਾਂਦੀਆਂ ਸੀਗੀਆਂ, ਉਹਦੀ ਪ੍ਰੋਡਕਸ਼ਨ ਕਾਫੀ ਜ਼ਿਆਦਾ ਵੱਧ ਗਈ, ਠੀਕ ਹੈ। ਹੁਣ ਕੀ ਹੁੰਦਾ ਸੀਗਾ, ਉਹ ਜਿਹੜੀ ਵਸਤੂਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਕੁਆਲਿਟੀ ਬਹੁਤ ਅੱਛੀ ਹੁੰਦੀ ਸੀਗੀ, ਤੇ ਉਹਨਾਂ ਦੇ ਜਿਹੜੇ ਰੇਟ ਸੀਗੇ ਉਹ ਰੇਟ ਘੱਟ ਸੀਗੇ। ਇਸੇ ਕਾਰਨ ਕੀ ਸੀਗਾ, ਲੋਕੀ ਜਿਹੜੇ ਸੀਗੇ ਜ਼ਿਆਦਾ ਪ੍ਰੈਫਰ ਕਰਦੇ ਸੀ ਕਿ ਜਿੱਥੇ ਰੇਟ ਘੱਟ ਹੋਊਗਾ ਉਹ ਲੋਕੀ ਉੱਥੇ ਜ਼ਿਆਦਾ ਜਾਊਗੇ, ਅਗਰ ਉਹਨਾਂ ਨੂੰ ਕੁਆਲਿਟੀ ਅੱਛੀ ਮਿਲੀ ਤਾਂ, ਠੀਕ ਹੈ। ਸੋ ਦ ਰੇਟਸ ਆਫ ਸਮਾਲ ਸਕੇਲ ਕਮੋਡਿਟੀਜ਼ ਮੀਨਸ ਵਸਤੂ ਜਿਹੜੀ ਹੁੰਦੀ ਸੀਗੀ ਉਹਨਾਂ ਦਾ ਰੇਟ ਕਾਫੀ ਜ਼ਿਆਦਾ ਹਾਈ ਹੁੰਦੇ ਸੀਗੇ, ਜਿਹੜੀ ਛੋਟੇ ਛੋਟੇ ਇੰਡਸਟਰੀ 'ਚ ਸਮਾਨ ਬਣਾਇਆ ਜਾਂਦਾ ਸੀਗਾ, ਠੀਕ ਹੈ। ਬਟ ਬਿਕੋਜ਼ ਉੱਥੇ ਲੇਬਰ ਜ਼ਿਆਦਾ ਲੱਗਦੀ ਸੀਗੀ, ਲੇਬਰ ਵਾਜ਼ ਨੀਡਡ ਟੂ ਪ੍ਰਪੇਅਰ ਦੈਮ, ਹੱਥੀਂ ਕੰਮ ਕੀਤਾ ਜਾਂਦਾ ਸੀਗਾ, ਇਸ ਕਰਕੇ ਪੈਸੇ ਜ਼ਿਆਦਾ ਲਏ ਜਾਂਦੇ ਸੀਗੇ। ਔਨ ਦਾ ਅਦਰ ਹੈਂਡ ਜਿਹੜੀ ਕਮੋਡਿਟੀਜ਼, ਜਿਹੜੀ ਵਸਤੂ ਜਿਹੜੀ ਸੀਗੀ ਉਹ ਮਸ਼ੀਨ ਨਾਲ ਤਿਆਰ ਕੀਤੀ ਜਾਂਦੀ ਸੀਗੀ, ਉਹਦਾ ਰੇਟ ਬਹੁਤ ਜ਼ਿਆਦਾ ਘੱਟ ਹੁੰਦਾ ਸੀ। ਸੋ ਲੋਕਾਂ ਨੇ ਕੀ ਕੀਤਾ, ਦੇ ਡਿਡਨਟ ਬਾਏ ਦ ਥਿੰਗਸ ਮੇਡ ਬਾਏ ਸਮਾਲ ਸਕੇਲ ਇੰਡਸਟਰੀ,
ਇਸ ਕਰਕੇ ਜਿਹੜੀ ਇੰਡਸਟਰੀ 'ਚ ਜਿਹੜੇ ਛੋਟੇ ਛੋਟੇ ਕਾਰਖਾਨੇ ਜਿਹੜੀ ਚੀਜ਼ਾਂ ਤਿਆਰ ਕੀਤੀ ਜਾਂਦੀਆਂ ਸੀਗੀਆਂ ਉੱਥੋਂ ਉਹਨਾਂ ਨੇ ਚੀਜ਼ਾਂ ਹੁਣ ਲੈਣੀਆਂ ਬੰਦ ਕਰ ਦਿੱਤੀਆਂ। ਇਸੇ ਕਾਰਨ ਕੀ ਹੋਇਆ, ਜੇ ਚੀਜ਼ਾਂ ਨਹੀਂ ਲਾਓਗੇ, ਠੀਕ ਹੈ, ਦੈਨ ਉਹਦਾ ਯੂਜ਼ ਹੀ ਨਹੀਂ ਅੱਗੇ ਹੋਊਗਾ, ਜਿਹਦੇ ਕਾਰਨ ਕੀ ਹੋਊਗਾ, ਜਿਹੜੀ ਸਮੌਲ ਸਕੇਲ ਇੰਡਸਟਰੀਜ਼ ਹੈਗੀਆਂ ਦੈਟ ਸਟਾਰਟਡ ਡਿਕਲਾਈਨਿੰਗ, ਉਹਦਾ ਪਤਨ ਜਿਹੜਾ ਹੈਗਾ ਆ ਉਹ ਬਹੁਤ ਹੀ ਮੀਨਸ ਓਬਵੀਅਸ ਹੈਗਾ ਕਿ ਉਹਦਾ ਪਤਨ ਜਿਹੜਾ ਹੈਗਾ ਆ ਸਟਾਰਟ ਹੋਣਾ ਸ਼ੁਰੂ ਹੋ ਜਾਊਗਾ। ਨੈਕਸਟ ਮੇਨ ਕਾਰਨ ਕੀ ਆਉਂਦਾ ਹੈਗਾ ਆ ਕਿ ਬੈਟਰ ਫਿਨਿਸ਼ਿੰਗ ਆਫ ਦ ਮਸ਼ੀਨ ਮੇਡ ਗੁੱਡਸ, ਵਿਚ ਮੀਨਸ ਇਹਦਾ ਕੀ ਮਤਲਬ ਹੈਗਾ ਹੈ ਕਿ ਜਿਹੜੇ ਪ੍ਰੋਡਕਟ, ਜਿਹੜੀਆਂ ਵਸਤੂਆਂ ਮਸ਼ੀਨਾਂ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ, means the products which were made from the machines, ਉਹ ਜਿਹੜੇ ਪ੍ਰੋਡਕਟ ਹੁੰਦੇ ਸੀਗੇ ਉਹਨਾਂ ਦੀ ਕੁਆਲਿਟੀ, the quality was very good, ਕੁਆਲਿਟੀ ਜਿਹੜੀ ਉਹਨਾਂ ਦੀ ਹੁੰਦੀ ਸੀਗੀ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਸੀਗੀ, ਠੀਕ ਹੈ। ਉਹਨਾਂ ਦੀ ਫਿਨਿਸ਼ਿੰਗ ਮੀਨਸ ਇੰਨੀ ਜ਼ਿਆਦਾ ਸਫਾਈ ਦੇ ਨਾਲ ਉਹ ਵਸਤੂ ਤਿਆਰ ਕੀਤੀ ਜਾਂਦੀ ਸੀਗੀ, ਜਿੰਨਾ ਕਿ ਲੋਕਾਂ ਨੇ ਜ਼ਿਆਦਾ ਇਹ ਪ੍ਰੈਫਰ ਕੀਤਾ ਕਿ ਉਹ ਜਿਹੜੇ ਛੋਟੇ ਛੋਟੇ ਕਾਰਖਾਨੇ ਹੈਗੇ ਉਹਨਾਂ ਤੋਂ ਚੀਜ਼ਾਂ ਜਿਹੜੀ ਹੈਗੀ ਨਹੀਂ ਬਣਵਾਓਗੇ, ਜਦਕਿ ਜਿਹੜੀ ਮਸ਼ੀਨ ਬੇਸਡ ਜਿਹੜੇ ਪ੍ਰੋਡਕਟ ਹੋਗੇ ਉਹੀ ਚੀਜ਼ ਜਿਹੜੀ ਹੈਗੀ ਉਹ ਮਸ਼ੀਨਾਂ ਰਾਹੀਂ ਲਓਗੇ। So the finishing of the goods made by the machines was better, means ਉਹ ਬਹੁਤ ਹੀ ਜ਼ਿਆਦਾ far better ਹੁੰਦੇ ਸੀਗੇ ਉਹਨਾਂ ਨਾਲੋਂ ਜਿਹੜੇ ਕਿ small scale industries 'ਚ ਤਿਆਰ ਕੀਤੇ ਜਾਂਦੇ ਸੀਗੇ। ਇਸੇ ਕਰਕੇ ਇੰਡੀਅਨਸ ਨੇ ਕੀ ਪ੍ਰੈਫਰ ਕੀਤਾ, ਇੰਡੀਅਨ ਪੀਪਲ ਲਾਈਕ ਦ ਮਸ਼ੀਨ ਮੇਡ ਗੁੱਡਸ। ਹੁਣ ਜਿਹੜੀ ਮਸ਼ੀਨਾਂ ਨੇ ਜਿਹੜੀ ਵਸਤੂ ਤਿਆਰ ਕੀਤੀ ਜਾਂਦੀ ਸੀਗੀ, ਇੰਡੀਅਨ ਲੋਕਾਂ ਨੂੰ ਉਹ ਜ਼ਿਆਦਾ ਪਸੰਦ ਆਏ, ਤੇ ਇਸੇ ਕਰਕੇ ਜਿਹੜੇ ਛੋਟੇ ਛੋਟੇ ਜਿਹੜੇ ਇੰਡਸਟਰੀ ਸੀਗੀ ਉਹਨਾਂ ਦੇ ਡਿਕਲਾਈਨ ਹੋਣਾ ਸਟਾਰਟ ਹੋ ਗਿਆ ਸੀ। The next key point ਆਂਦਾ ਹੈਗਾ ਕਿ new generation didn't like the goods prepared by small industries। ਹੁਣ ਜਿਹੜੀ ਨਵੀਂ ਪੀੜ੍ਹੀ ਸੀਗੀ, ਜਿਸ ਤਰ੍ਹਾਂ ਜਿਹੜੇ ਯੰਗਸਟਰ ਸੀਗੇ ਉਹ ਵੈਸਟਰਨ ਕਲਚਰ ਤੋਂ ਬਹੁਤ ਹੀ ਜ਼ਿਆਦਾ ਮੀਨਸ ਇਨਫਲੂਐਂਸ ਸੀਗੇ, ਵੈਸਟਰਨ ਕਲਚਰ ਦਾ ਉਹਨਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਪ੍ਰਭਾਵ ਪੈ ਰਿਹਾ ਸੀਗਾ। ਔਨ ਦਾ ਅਦਰ ਹੈਂਡ ਜਿਹੜੀ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਫੈਕਟਰੀਆਂ ਦੇ ਵਿੱਚ, ਉਹਨਾਂ ਦੀ ਕੁਆਲਿਟੀ ਬਹੁਤ ਅੱਛੀ ਸੀਗੀ, ਦੇ ਹੈਡ ਅ ਬੈਟਰ ਫਿਨਿਸ਼ਿੰਗ, ਠੀਕ ਹੈ, ਉਹ ਦੇਖਣ ਨੂੰ ਵੀ ਬਹੁਤ ਜ਼ਿਆਦਾ ਸੋਹਣੇ ਤੇ ਸੁੰਦਰ ਲੱਗਦੇ ਸੀਗੇ। ਇਸੇ ਕਰਕੇ ਜਿਹੜੇ ਲੋਕ ਜਿਹੜੇ ਸੀਗੇ, ਜਿਹੜੇ ਨਿਊ ਜਨਰੇਸ਼ਨ ਨੂੰ ਬਿਲੋਂਗ ਕਰਦੇ, ਜਿਹੜੇ ਯੰਗਸਟਰ ਸੀਗੇ, ਉਹਨਾਂ ਨੂੰ ਜਿਹੜੇ ਪੁਰਾਣੇ ਪ੍ਰੋਡਕਟ ਜਿਹੜੇ ਸੀਗੇ, ਜਿਹੜੀ ਛੋਟੀ ਇੰਡਸਟਰੀਜ਼ ਰਾਹੀਂ ਬਣਾਏ ਜਾਂਦੇ ਸੀਗੇ, ਹੈਂਡਮੇਡ ਜਿਹੜੇ ਹੁੰਦੇ ਸੀਗੇ ਪਹਿਲਾਂ, ਉਹ ਉਹਨਾਂ ਨੂੰ ਇੰਨੇ ਜ਼ਿਆਦਾ ਅੱਛੇ ਨਹੀਂ ਲੱਗਦੇ ਸੀਗੇ। ਉਹਨਾਂ ਨੇ ਜ਼ਿਆਦਾ ਪ੍ਰੈਫਰੈਂਸ ਕਿਸ ਨੂੰ ਦਿੱਤੀ, ਜ਼ਿਆਦਾ ਜਿਹੜੀ ਸੀਗੀ ਤਵੱਜੋ ਕਿਸ ਨੂੰ ਦਿੱਤੀ ਹੈਗੀ ਆ, ਨਿਊ ਜਨਰੇਸ਼ਨ ਨੇ, ਜਿਹੜੇ ਮਸ਼ੀਨ ਬੇਸਡ ਪ੍ਰੋਡਕਟ ਹੁੰਦੇ ਸੀਗੇ। ਇਸੇ ਕਾਰਨ ਕੀ ਹੋਇਆ ਸੀਗਾ ਕਿ ਜਿਹੜੇ ਹੈਂਡਮੇਡ ਜਿਹੜੇ ਪ੍ਰੋਡਕਟ ਹੁੰਦੇ ਸੀਗੇ, ਠੀਕ ਹੈ, ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਲੈਵਲ ਜਿਹੜਾ ਸੀਗਾ ਉਹ ਘਟ ਗਿਆ ਸੀਗਾ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਨੂੰ ਉਹਦੇ ਵਿੱਚ ਜਿਹੜੀ ਸੀਗੀ ਫਿਨਿਸ਼ਿੰਗ ਪ੍ਰੋਪਰ ਨਜ਼ਰ ਨਹੀਂ ਆਉਂਦੀ ਸੀਗੀ, ਜਿਹੜੀ ਨਿਊ ਜਨਰੇਸ਼ਨ ਸੀਗੀ, ਠੀਕ ਹੈ, ਉਹਦੀ ਕੁਆਲਿਟੀ ਉਹਨਾਂ ਨੂੰ ਅੱਛੀ ਨਹੀਂ ਲੱਗਦੀ ਸੀਗੀ। ਨਾਲ ਦੇ ਨਾਲ ਉਹਦੇ ਜਿਹੜੇ ਰੇਟ ਸੀਗੇ ਦੈਟ ਵਾਸ ਕੁਆਇਟ ਹਾਈ, ਉਹਦੇ ਰੇਟ ਜ਼ਿਆਦਾ ਹੁੰਦੇ ਸੀਗੇ। ਦੈਨ ਨਿਊ ਜਨਰੇਸ਼ਨ ਨੂੰ ਕੀ ਲੱਗਾ ਕਿ ਅਗਰ ਮਸ਼ੀਨ ਬੇਸਡ ਪ੍ਰੋਡਕਟ ਬਣਦੇ ਪਏ ਹੈਗੇ ਆ, ਉਹਨਾਂ ਦੀ ਫਿਨਿਸ਼ਿੰਗ ਅੱਛੀ ਹੈਗੀ ਆ, ਉਹਦੀ ਕੁਆਲਿਟੀ ਕਾਫੀ ਅੱਛੀ ਹੈਗੀ ਹੈ, ਮੋਰ ਓਵਰ ਉਹਦਾ ਪ੍ਰਾਈਸ ਘੱਟ ਆ, ਦੈਨ ਓਬਵੀਅਸ ਜਿਹੜੀ ਨਿਊ ਜਨਰੇਸ਼ਨ ਹੈਗੀ ਆ ਉਹ ਇਸੇ ਵੱਲ ਜਾਊਗੀ। ਨਾਓ ਨੈਕਸਟ ਸਭ ਤੋਂ ਇੰਪੋਰਟੈਂਟ ਮੇਨ ਕਾਰਨ ਕੀ ਆਉਂਦਾ ਹੈਗਾ ਹੈ, ਐਕਸਪੋਰਟ ਆਫ ਰॉ ਮਟੀਰੀਅਲ ਫਰੋਮ ਇੰਡੀਆ ਟੂ ਇੰਗਲੈਂਡ। ਸਭ ਤੋਂ ਇੰਪੋਰਟੈਂਟ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਸਮੌਲ ਸਕੇਲ ਇੰਡਸਟਰੀਜ਼ ਜਿਹੜੀ ਇੰਡੀਆ 'ਚ ਬੰਦ ਹੋਈ ਹੈ ਬਿਕੋਜ਼ ਆਫ ਦਿਸ ਰੀਜ਼ਨ, ਠੀਕ ਹੈ। ਹੁਣ ਕੀ ਸੀਗਾ ਕਿ ਇੰਗਲੈਂਡ ਦੇ ਵਿੱਚ ਜਿਹੜਾ ਸੀਗਾ ਇੰਡਸਟਰੀਅਲ ਰੈਵੋਲੂਸ਼ਨ ਸਟਾਰਟ ਹੋ ਚੁੱਕੀ ਸੀਗੀ, ਠੀਕ ਹੈ, ਇੰਡਸਟਰੀਅਲ ਰੈਵੋਲੂਸ਼ਨ ਸਟਾਰਟ ਹੋਈ ਸੀਗੀ, ਠੀਕ ਹੈ, ਇਨ ਦੀ 18th ਸੈਂਚੁਰੀ ਦੇ ਵਿੱਚ, 18th ਸੈਂਚੁਰੀ ਵਿੱਚ ਜਿਹੜੀ ਸੀਗੀ ਇੰਡਸਟਰੀਅਲ ਰੈਵੋਲੂਸ਼ਨ ਆਈ ਸੀਗੀ। ਇਸ ਰੈਵੋਲੂਸ਼ਨ ਦਾ ਜਿਹੜਾ ਇੰਪੈਕਟ ਜਿਹੜਾ ਸੀਗਾ ਨਾ ਉਹ ਹਰ ਇੱਕ ਕੰਟਰੀ ਦੇ ਉੱਪਰ ਪਿਆ ਸੀਗਾ। ਹੁਣ ਬ੍ਰਿਟਿਸ਼ਰਸ ਨੇ ਕੀ ਕੀਤਾ ਸੀਗਾ, ਇੰਡੀਆ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੌਲੀ ਹੌਲੀ ਸ਼ੁਰੂ ਕੀਤਾ ਸੀਗਾ, ਤੇ ਉਸ ਚੀਜ਼ ਦਾ ਇੰਪੈਕਟ ਜਿਹੜਾ ਸੀਗਾ ਰੈਵੋਲੂਸ਼ਨ ਦਾ ਉਹ ਇੰਡੀਆ ਤੇ ਵੀ ਪਿਆ ਸੀਗਾ। ਕਿਸ ਰੈਵੋਲੂਸ਼ਨ ਦਾ, ਇੰਡਸਟਰੀਅਲ ਰੈਵੋਲੂਸ਼ਨ ਦਾ, ਠੀਕ ਹੈ। ਇਸੇ ਕਰਕੇ ਕੀ ਸੀਗਾ ਕਿ ਵੱਡੀ ਵੱਡੀ ਫੈਕਟਰੀਜ਼ ਜਿਹੜੀਆਂ ਸੀਗੀਆਂ ਨਾ ਉਹ ਸੈਟਅਪ ਕਰਨੀਆਂ ਸਟਾਰਟ ਕਰ ਦਿੱਤੀਆਂ ਸੀਗੀਆਂ ਡਿਫਰੈਂਟ ਪਾਰਟਸ ਆਫ ਦ ਕੰਟਰੀ। ਮੀਨ ਜਿੱਥੇ ਜਿੱਥੇ ਬ੍ਰਿਟਿਸ਼ ਆਪਣਾ ਰਾਜ ਜਿਹੜਾ ਸੀਗਾ ਸਥਾਪਿਤ ਕਰ ਰਹੀਆਂ ਸੀਗੀਆਂ, ਉੱਥੇ ਉੱਥੇ ਇਹਨਾਂ ਨੇ ਬਸਤੀਆਂ ਵਗੈਰਾ, ਮੀਨ ਜਿਹਨੂੰ ਅਸੀਂ ਪੰਜਾਬੀ 'ਚ ਬਸਤੀਵਾਦ ਵੀ ਕਹਿ ਸਕਦੇ ਹਾਂ, ਹਿੰਦੀ 'ਚ ਅਗਰ ਅਸੀਂ ਗੱਲ ਕਰੀਏ ਕਿ ਡਿਫਰੈਂਟ ਜਿਹੜੀ ਸੀਗੀਆਂ ਇਹਨਾਂ ਬਸਤੀਆਂ ਜਿਹੜੀਆਂ ਸੀਗੀਆਂ ਆਪਣੀਆਂ ਕਲੋਨੀਜ਼ ਜਿਹਨੂੰ ਆਪਾਂ ਕਹਿੰਦੇ ਆ, ਬ੍ਰਿਟਿਸ਼ਰਸ ਦੀਆਂ ਜਿਹੜੀ ਕਲੋਨੀ ਸੀਗੀਆਂ ਉਹਨਾਂ ਨੇ ਸੈਟਅਪ ਕਰਨੀਆਂ ਸਟਾਰਟ ਕਰ ਦਿੱਤੀਆਂ ਸੀਗੀਆਂ। ਹੁਣ ਇਸ ਇੰਡਸਟਰੀਅਲ ਰੈਵੋਲੂਸ਼ਨ ਵਿੱਚ ਕੀ ਹੋਇਆ ਸੀਗਾ ਕਿ ਇੰਡਸਟਰੀ ਦਾ ਕਾਫੀ ਜ਼ਿਆਦਾ ਮੀਨਸ ਜਿਸ ਤਰ੍ਹਾਂ ਉਹਦੇ ਵਿੱਚ ਕਾਫੀ ਜ਼ਿਆਦਾ ਪ੍ਰੋਗਰੈਸ ਹੋਈ ਸੀਗੀ, ਵੱਡੇ ਜਿਹੜੀ ਨਿਊ ਮਸ਼ੀਨਸ ਜਿਹੜੀਆਂ ਸੀਗੀਆਂ ਲਾਈਕ ਉਹ ਉਹਨਾਂ ਨੇ ਲੈ ਕੇ ਆਉਣੀ ਸ਼ੁਰੂ ਕਰ ਦਿੱਤੀਆਂ ਸੀਗੀਆਂ,
ਜੋ ਇਨਸਾਨਾਂ ਦਾ ਕੰਮ ਜਿਹੜਾ ਸੀਗਾ ਆਸਾਨ ਕਰਦੀਆਂ ਸੀਗੀਆਂ। ਹੁਣ ਇਹਦੇ ਵਿੱਚ ਕੀ ਸੀਗਾ ਕਿ ਇਹ 'ਚ ਰॉ ਮਟੀਰੀਅਲ ਦੀ ਕਾਫੀ ਜ਼ਿਆਦਾ ਜ਼ਰੂਰਤ ਪੈਂਦੀ ਸੀਗੀ, ਕੱਚੇ ਮਾਲ ਦੀ, ਠੀਕ ਹੈ। ਉਸੇ ਤੋਂ ਜਿਹੜਾ ਸੀਗਾ ਇਹ ਇੱਕ ਗੁੱਡ ਤੇ ਫਾਈਨ ਕੁਆਲਿਟੀ ਦਾ ਜਿਹੜਾ ਮਟੀਰੀਅਲ ਜਿਹੜਾ ਸੀਗਾ, ਇੱਕ ਕਮੋਡਿਟੀ ਜਿਹੜੀ ਸੀਗੀ ਉਹ ਪ੍ਰਪੇਅਰ ਕਰਦੇ ਸੀਗੇ। ਬਟ ਉਸ ਕਮੋਡਿਟੀ ਨੂੰ ਪ੍ਰਪੇਅਰ ਕਰਨ ਦੇ ਲਈ ਇਹਨਾਂ ਨੂੰ ਰॉ ਮਟੀਰੀਅਲ ਦੀ ਕਾਫੀ ਜ਼ਿਆਦਾ ਜ਼ਰੂਰਤ ਸੀਗੀ। ਉਹ ਸਭ ਤੋਂ ਜ਼ਿਆਦਾ ਕੱਚਾ ਮਾਲ ਜਿਹੜਾ ਸੀਗਾ ਇਹਨਾਂ ਨੂੰ ਕਿੱਥੋਂ ਮਿਲ ਸਕਦਾ ਸੀਗਾ? ਸਿਰਫ ਇੰਡੀਆ ਤੋਂ, ਠੀਕ ਹੈ। ਵਿਦਆਊਟ ਰॉ ਮਟੀਰੀਅਲ ਇਹ ਕੁਝ ਵੀ ਨਹੀਂ ਕਰ ਸਕਦੇ ਸੀਗੇ, ਠੀਕ ਹੈ। ਵਿਦਆਊਟ ਰॉ ਮਟੀਰੀਅਲ ਇੰਗਲੈਂਡ 'ਚ ਜਿਹੜਾ ਮੀਨਸ ਆਪਣਾ ਰॉ ਮਟੀਰੀਅਲ ਦਾ ਜਿਹੜਾ ਕੰਮ ਸੀਗਾ ਨਾ ਬਿਲਕੁਲ ਵੀ ਚੱਲ ਹੀ ਨਹੀਂ ਪਾਇਆ, ਮੀਨਸ ਚੱਲਣਾ ਹੀ ਨਹੀਂ ਸੀਗਾ। ਇਸੇ ਕਰਕੇ that is why Indian raw material ਜਿਹੜਾ ਸੀਗਾ they started moving to England। ਇੰਡੀਆ ਤੋਂ ਇੰਗਲੈਂਡ ਜਿਹੜਾ ਸੀਗਾ ਇਹਨਾਂ ਨੇ ਰॉ ਮਟੀਰੀਅਲ ਭੇਜਣਾ ਹੁਣ ਸਟਾਰਟ ਕਰ ਦਿੱਤਾ, ਤਾਂ ਕਿ ਉੱਥੇ ਫੈਕਟਰੀਆਂ 'ਚ ਜਿਹੜਾ ਹੈਗਾ ਸਮਾਨ ਸਮੂਨ ਜਿਹੜਾ ਹੈਗਾ ਇਹ ਬਣ ਕੇ ਤਿਆਰ ਕਰਕੇ ਇੱਥੇ ਫਿਰ ਜ਼ਿਆਦਾ ਰੇਟ 'ਚ ਵੇਚਣ ਇਹ। ਇੱਥੋਂ ਕੀ ਕਰਦੇ ਸੀਗੇ, ਹੁਣ ਇੰਡੀਆ ਦਾ ਸਾਰਾ ਕੱਚਾ ਮਾਲ ਜਿਹੜਾ ਸੀਗਾ ਹੁਣ ਇਹਨਾਂ ਨੇ ਲੈ ਕੇ ਇੰਗਲੈਂਡ ਭੇਜਣਾ ਸ਼ੁਰੂ ਕਰ ਦਿੱਤਾ ਸੀਗਾ। ਇਸੇ ਕਰਕੇ ਇੱਕ ਫੇਮਸ ਪਰਸਨੈਲਿਟੀ ਨੇ ਵੀ ਕਿਹਾ ਸੀਗਾ ਕਿ ਇੰਡੀਆ ਦੀ ਇਕਨੋਮਿਕ ਡਰੇਨ ਆਫ ਪਾਲਿਸੀ ਦੇ ਬਾਰੇ ਕਾਫੀ ਕੁਝ ਲਿਖਿਆ ਹੈਗਾ ਆ, ਕਿ ਜਿਹਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਭਾਰਤ ਨੂੰ ਜਿਹੜਾ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ ਉਸਨੂੰ ਕਿਸ ਤਰ੍ਹਾਂ ਇਕਨੋਮਿਕ ਲਾਸ ਹੋਇਆ ਸੀਗਾ, ਠੀਕ ਹੈ। ਦੈਨ ਔਨ ਦਾ ਅਦਰ ਹੈਂਡ ਜਿਸ ਤਰ੍ਹਾਂ ਆਪਣਾ ਸਾਰਾ ਕੱਚਾ ਮਾਲ ਇੰਡੀਆ ਤੋਂ ਇਹਨਾਂ ਨੇ ਇੰਗਲੈਂਡ ਭੇਜਣਾ ਸ਼ੁਰੂ ਕਰ ਦਿੱਤਾ, ਇਹਦੇ ਨਾਲ ਕੀ ਹੋਇਆ ਕਿ ਇੰਡੀਆ ਨੂੰ ਜਿਸ ਚੀਜ਼ ਦੀ ਜ਼ਰੂਰਤ ਸੀਗੀ ਉਹਦੇ ਕਾਰਨ ਉਹਦੀ ਇੰਡਸਟਰੀ ਜਿਹੜੀ ਸੀਗੀ ਉਹ ਹਾਲਟਡ ਹੋ ਗਈ ਸੀਗੀ, ਮੀਨਸ ਰੁਕ ਗਈ ਸੀਗੀ ਬਿਕੋਜ਼ ਆਫ ਰॉ ਮਟੀਰੀਅਲ। ਔਨ ਦਾ ਅਦਰ ਹੈਂਡ ਡਿਵੈਲਪਮੈਂਟ ਆਫ ਇੰਡੀਆ ਇੰਡਸਟਰੀਜ਼ ਹਾਲਟਡ ਬਿਕੋਜ਼ ਆਫ ਲੈਕ ਆਫ ਰॉ ਮਟੀਰੀਅਲ, ਕਿਉਂਕਿ ਸਾਰਾ ਦਾ ਸਾਰਾ ਜਿਹੜਾ ਕੱਚਾ ਮਾਲ ਸੀਗਾ ਉਹ ਇੰਗਲੈਂਡ ਭੇਜਿਆ ਜਾ ਰਿਹਾ ਸੀਗਾ। ਹੁਣ ਕਿਉਂਕਿ ਬ੍ਰਿਟਿਸ਼ ਰਾਜ ਆ ਚੁੱਕਾ ਸੀਗਾ, ਕੋਈ ਕੁਝ ਕਰਦਾ ਵੀ ਨਹੀਂ ਸੀਗਾ ਇਸ ਬਾਰੇ, ਠੀਕ ਹੈ। ਜਿਹਦੇ ਕਾਰਨ ਕੀ ਹੋਇਆ ਸੀਗਾ ਕਿ ਇੰਡੀਅਨ ਇੰਡਸਟਰੀਜ਼ ਜਿਹੜੀਆਂ ਸੀਗੀਆਂ, ਜਿਹੜੀ ਛੋਟੇ ਛੋਟੇ ਜਿਹੜੇ ਕਾਰਖਾਨੇ ਜਿਹੜੇ ਸੀਗੇ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ। ਇਸੇ ਕਾਰਨ ਇਹ ਕਿਹਾ ਜਾਂਦਾ ਹੈਗਾ ਬਿਕੋਜ਼ ਆਫ ਐਕਸਪੋਰਟ ਆਫ ਰॉ ਮਟੀਰੀਅਲ ਫਰੋਮ ਇੰਡੀਆ ਟੂ ਇੰਗਲੈਂਡ, ਉਹਨਾਂ ਕੀ ਹੋਇਆ ਕਿ ਜਿਹੜੀ ਸਮਾਲ ਸਕੇਲ ਇੰਡਸਟਰੀਜ਼ ਹੈਗੀਆਂ ਇੰਡੀਆ ਦੀਆਂ ਦੈਟ ਵਾਸ ਸਟਾਰਟਡ ਡਿਕਲਾਈਨਿੰਗ, ਉਹਦਾ ਪਤਨ ਜਿਹੜਾ ਸੀਗਾ ਉਹ ਸਟਾਰਟ ਹੋਣਾ ਸ਼ੁਰੂ ਹੋ ਗਿਆ ਸੀਗਾ, ਮੀਨਸ ਆਲਮੋਸਟ ਸਟਾਰਟ ਹੀ ਹੋ ਚੁੱਕੀਆਂ ਸੀਗੀਆਂ, ਡਿਕਲਾਈਨ ਹੋ ਚੁੱਕੀਆਂ ਸੀਗਾ ਆਲਮੋਸਟ। ਨੈਕਸਟ ਅਸੀਂ ਕਰਾਂਗੇ ਮਾਡਰਨ ਇੰਡੀਅਨ ਇੰਡਸਟਰੀਜ਼। ਹੁਣ ਕਿਉਂਕਿ ਸਮਾਲ ਸਕੇਲ ਇੰਡਸਟਰੀ ਜਿਹੜੀ ਸੀਗੀਆਂ ਉਹ ਕਾਫੀ ਜ਼ਿਆਦਾ ਡਿਕਲਾਈਨ ਹੋ ਚੁੱਕੀਆਂ ਸੀਗੀਆਂ, ਉਹਦੀ ਜਗ੍ਹਾ ਤੇ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ ਸੀਗੀ ਤੇ ਇੰਡੀਆ 'ਚ ਕਾਫੀ ਸਾਰੀ ਇੰਡਸਟਰੀਜ਼ ਐਸਟੈਬਲਿਸ਼ ਹੋਈਆਂ ਸੀਗੀਆਂ। ਉਹ ਕਿਉਂ ਹੋਈਆਂ ਸੀਗੀਆਂ? ਕਿਉਂਕਿ ਬ੍ਰਿਟਿਸ਼ਰਸ ਨੇ ਕੀਤਾ ਸੀਗਾ, ਠੀਕ ਹੈ। ਬ੍ਰਿਟਿਸ਼ਰਸ ਦਾ ਉਸ ਸਮੇਂ ਰਾਜ ਸੀਗਾ, ਡਿਊਰਿੰਗ ਦ ਬ੍ਰਿਟਿਸ਼ ਰੂਲ ਕਾਫੀ ਨਿਊ ਇੰਡਸਟਰੀਜ਼ ਜਿਹੜੀ ਸੀਗੀਆਂ ਸੈਟਅਪ ਹੋ ਚੁੱਕੀਆਂ ਸੀਗੀਆਂ, ਠੀਕ ਹੈ। ਕਿਉਂਕਿ ਬ੍ਰਿਟਿਸ਼ਰਸ ਦਾ ਰਾਜ ਚੱਲਦਾ ਪਿਆ ਸੀਗਾ, ਇਸੇ ਕਰਕੇ ਉਹਨਾਂ ਨੇ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਥੇ ਇੰਡੀਆ 'ਚ ਕਾਫੀ ਸਾਰੇ ਮੀਨਸ ਇੰਡਸਟਰੀਜ਼ ਨੂੰ ਸੈਟਅਪ ਕੀਤਾ ਸੀਗਾ, ਤਾਂ ਕਿ ਜਿਹੜਾ ਹੈਗਾ ਆਪਣੀ ਮੇਨ ਜ਼ਰੂਰਤਾਂ ਨੂੰ ਪੂਰਾ ਕਰ ਸਕਣ, ਠੀਕ ਹੈ। ਉਹਦੇ ਵਿੱਚ ਸਭ ਤੋਂ ਮੀਨਸ ਫਸਟ ਤੇ ਮੇਨ ਇੰਡਸਟਰੀ ਕਿਹੜੀ ਆਉਂਦੀ ਹੈ, ਡੈਟ ਇਜ਼ ਦ ਕਾਟਨ ਟੈਕਸਟਾਈਲ ਇੰਡਸਟਰੀ। ਅੱਜ ਤਰ੍ਹਾਂ ਦੀ ਇੰਡਸਟਰੀ ਸੀਗੀ ਜਿਹੜੀ ਉਹਨਾਂ ਨੇ ਸਟਾਰਟ ਕੀਤੀ ਸੀ ਇੰਡੀਆ ਦੇ ਵਿੱਚ, ਠੀਕ ਹੈ। ਸੈਕਿੰਡ ਜਿਹੜੀ ਹੈਗੀ ਮੇਨ ਇੰਡਸਟਰੀ ਆਉਂਦੀ ਹੈ ਡੈਟ ਇਜ਼ ਦ ਜੂਟ ਇੰਡਸਟਰੀ, ਠੀਕ ਹੈ, ਜੂਟ ਇੰਡਸਟਰੀ। ਦੈਨ ਥਰਡ ਜਿਹੜੀ ਮੇਨ ਇੰਡਸਟਰੀ ਆਉਂਦੀ ਹੈਗੀ ਹੈ ਡੈਟ ਇਜ਼ ਦੀ ਕੋਲ ਮਾਈਨਿੰਗ ਇੰਡਸਟਰੀ, ਕਿਉਂਕਿ ਉਸ ਸਮੇਂ ਜਿਹੜੀ ਟ੍ਰੇਨ ਜਿਹੜੀ ਚੱਲਦੀਆਂ ਸੀਗੀਆਂ ਉਹ ਵੀ ਕੋਇਲੇ ਤੇ ਚੱਲਦੀਆਂ ਸੀਗੀਆਂ, ਸੋ ਉਹਦੀ ਇੱਕ ਉਹਨਾਂ ਨੇ ਸੈਪਰੇਟ ਵੱਖਰੀ ਇੰਡਸਟਰੀ ਜਿਹੜੀ ਸੀਗੀ ਸੈਟਅਪ ਕਰ ਦਿੱਤੀ ਸੀਗੀ, ਠੀਕ ਹੈ। ਦੈਨ ਨੈਕਸਟ ਜਿਹੜੀ ਇੰਡਸਟਰੀ ਆਉਂਦੀ ਹੈਗੀ ਹੈ ਡੈਟ ਇਜ਼ ਦੀ ਇੰਡੀਗੋ ਪਲਾਂਟੇਸ਼ਨ ਇੰਡਸਟਰੀ। ਨੀਲ ਦੀ ਖੇਤੀ ਬਹੁਤ ਜ਼ਿਆਦਾ ਕਰਵਾਈ ਸੀਗੀ, ਜਿਹੜੇ ਕਸਬੇ ਵਗੈਰਾ ਜਿਹੜੇ ਟ੍ਰਾਈਬਲ ਲੋਕ ਸੀਗੇ ਉਹਨਾਂ ਕੋਲੋਂ ਨੀਲ ਦੀ ਖੇਤੀ ਬਹੁਤ ਜ਼ਿਆਦਾ ਕਰਵਾਈ ਸੀ। ਅਗਰ ਤੁਸੀਂ ਮੇਰੀ ਇਹਦੀ ਪਿਛਲੀ ਵੀਡੀਓ ਦੇਖੀ ਹੈਗੀ ਆ ਜਿਹਦੇ ਵਿੱਚ ਜਿਹੜੇ ਹੈਗੇ ਮੈਂ ਮੇਨਸ ਕਬੀਲੇ ਦੇ ਬਾਰੇ ਜਿਹੜੀ ਮੇਨ ਗੱਲ ਕੀਤੀ ਹੈਗੀ ਆ ਕਿ ਨੀਲ ਦੀ ਖੇਤੀ ਕਰਵਾਉਂਦੇ ਹੈਗੇ ਆ, ਮੀਨਸ ਉਹਦਾ ਮੈਂ ਲਿੰਕ ਕਰ ਦੂੰਗੀ ਕਿ ਕਿਸ ਤਰ੍ਹਾਂ ਮੀਨਸ ਇਹਨਾਂ ਦੇ ਬ੍ਰਿਟਿਸ਼ਰ ਜਿਹੜੇ ਸੀਗੇ ਟ੍ਰਾਈਬਲ ਪੀਪਲ ਦੇ ਉੱਪਰ ਜਿਹੜਾ ਸੀਗਾ ਮੀਨਸ ਕਾਫੀ ਜ਼ਿਆਦਾ ਅਤਿਆਚਾਰ ਕਰਦੇ ਸੀਗੇ। ਦੈਨ ਤੁਹਾਨੂੰ ਪਤਾ ਲੱਗੇਗਾ ਯਾਨੀ ਕਿ ਇਹ ਕਿਸ ਤਰ੍ਹਾਂ ਨੀਲ ਦੀ ਖੇਤੀ ਜਿਹੜੀ ਸੀਗੀ ਕਿਉਂ ਕਰਵਾਉਂਦੇ ਸੀਗੇ, ਉਹਦਾ ਲਿੰਕ ਜਿਹੜਾ ਹੈਗਾ ਮੈਂ ਆਪਣੇ ਇਸ ਵੀਡੀਓ ਵਿੱਚ ਡਿਸਕ੍ਰਿਪਸ਼ਨ ਬਾਕਸ 'ਚ ਪਾ ਦੂੰਗੀ। ਦੈਨ ਨੈਕਸਟ ਜਿਹੜੀ ਮੇਨ ਇੰਡਸਟਰੀ ਆਉਂਦੀ ਹੈਗੀ ਹੈ ਦੈਟ ਇਜ਼ ਕਾਲਡ ਦੀ ਟੀ ਪਲਾਂਟੇਸ਼ਨ ਇੰਡਸਟਰੀ, ਸਭ ਤੋਂ ਇੰਪੋਰਟੈਂਟ ਇੰਡਸਟਰੀ ਜੋ ਕਿ ਅਸਾਮ ਦੇ ਵਿੱਚ ਸੀਗੀ। ਇਹਦੇ ਬਾਰੇ ਅਸੀਂ ਹੁਣ ਸਾਰੀ ਅੱਗੇ ਡਿਟੇਲ 'ਚ ਕਰਾਂਗੇ। ਦੈਨ ਨੈਕਸਟ ਜਿਹੜੀ ਮੇਨ ਇੰਡਸਟਰੀ ਲਾਸਟ ਹੈਗੀ ਦੈਟ ਇਜ਼ ਦ ਕਾਫੀ ਪਲਾਂਟੇਸ਼ਨ ਇੰਡਸਟਰੀ,
कॉफ़ी के भी काफ़ी सारे प्लांट्स ਜਿਹੜੇ ਸੀਗੇ ਇਹਨਾਂ ਨੇ ਇੰਡਸਟਰੀ ਵੱਖਰੀ ਇੰਡਸਟਰੀ ਬਣਾ ਦਿੱਤੀ ਸੀ ਜੋ ਕਿ ਸਕਸੈਸਫੁਲ ਨਹੀਂ ਰਹੀ ਸੀ ਇੰਡੀਆ ਵਿੱਚ ਬਿਕੋਜ਼ ਆਫ ਬ੍ਰਾਜ਼ੀਲੀਅਨ ਕਾਫੀ ਦੇ ਕਾਰਨ ਜਿਹੜਾ ਸੀਗਾ ਇਹਨੂੰ ਕਾਫੀ ਸਾਰਾ ਨੁਕਸਾਨ ਹੋਇਆ ਸੀਗਾ ਬਟ ਟੀ ਇੰਡਸਟਰੀ ਜਿਹੜੀ ਸੀਗੀ ਟੀ ਪਲਾਂਟੇਸ਼ਨ ਇੰਡਸਟਰੀ ਜਿਹੜੀ ਸੀਗੀ ਉਹ ਕਾਫੀ ਲੰਬੇ ਸਮੇਂ ਤੱਕ ਮੀਨ ਸਟਿਲ ਹਜੇ ਵੀ ਜਿਹੜੀ ਹੈਗੀ ਉਹ ਚੱਲਦੀ ਹੈਗੀ ਆ ਠੀਕ ਹੈ ਸੋ ਇਹ ਬੇਸਿਕਲੀ ਮੇਨ ਇੰਡਸਟਰੀ ਸੀਗੀਆਂ ਠੀਕ ਹੈ जिस तरह पहला असी गल की हैगी आ कॉटन टैक्सटाइल इंडस्ट्री ठीक है जूट इंडस्ट्री हो गई कोल माइनिंग इंडस्ट्री हो गई इंडिगो इंडस्ट्री हो गई ठीक है इंडिगो इंडस्ट्री मीनस इंडिगो की काफ़ी ज़्यादा खेती करवाते थे ठीक है लोग इतने ਜਿਹੜੇ ਲੋਕ ਜਿਹੜੇ ਸੀ ਲੋਕਾਂ ਦੇ ਕੋਲੋਂ ਖਾਸ ਕਰ ਕਬੀਲਿਆਂ ਦੇ ਲੋਕਾਂ ਦੇ ਕੋਲੋਂ ਕਿਉਂਕਿ ਉਹਨਾਂ ਦੀ ਜਿਹੜੀ ਜ਼ਮੀਨ ਜਿਹੜੀ ਸੀਗੀ ਉਹ ਬਹੁਤ ਹੀ ਜ਼ਿਆਦਾ ਮੀਨਸ ਇੰਨੀ ਜ਼ਿਆਦਾ ਫਰਟੀਲਿਟੀ ਸੀਗੀ ਫਰਟਾਈਲ ਸੀਗੀ ਤੇ ਉੱਥੇ ਜਿਹੜੀ ਨੀਲ ਦੀ ਜਿਹੜੀ ਖੇਤੀ ਸੀਗੀ ਕਾਫੀ ਜ਼ਿਆਦਾ ਮਾਤਰਾ 'ਚ ਹੁੰਦੀ ਸੀਗੀ ठीक है दैन ਉਹਦਾ ਲਿੰਕ ਜਿਹੜਾ ਹੈਗਾ ਤੁਹਾਨੂੰ ਆਪਣੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਪਾ ਦੂੰਗੀ दैन ਤੁਸੀਂ ਚੈੱਕ ਕਰਿਓ ਇੱਕ ਵਾਰੀ ਕਿ ਕਿਸ ਤਰ੍ਹਾਂ ਜਿਹੜਾ ਸੀਗਾ ਬ੍ਰਿਟਿਸ਼ਰਸ ਮੀਨਸ ਟ੍ਰਾਈਬਲ ਪੀਪਲ ਦੇ ਉੱਪਰ ਕਿਸ ਤਰ੍ਹਾਂ ਅਤਿਆਚਾਰ ਕਰਦੇ ਸੀਗੇ ਇਸ ਇੰਡਸਟਰੀ ਨੂੰ ਅੱਗੇ ਸੈਟਅਪ ਕਰਨ ਦੇ ਲਈ ਠੀਕ ਹੈ दैन ਇਸ ਤੋਂ ਇਲਾਵਾ ਟੀ ਪਲਾਂਟੇਸ਼ਨ ਇੰਡਸਟਰੀ ਹੋ ਗਈ दैन ਲਾਸਟ ਆਂਦੀ ਹੈਗੀ ਆ ਕਾਫੀ ਪਲਾਂਟੇਸ਼ਨ ਇੰਡਸਟਰੀ ਜੋ ਕਿ ਨਹੀਂ ਜ਼ਿਆਦਾ ਸਕਸੈਸਫੁਲ ਨਹੀਂ ਰਹੀ ਸੀਗੀ ਬਿਕੋਜ਼ ਆਫ ਬ੍ਰਾਜ਼ੀਲੀਅਨ ਕਾਫੀ ਜਿਹੜੀ ਸੀਗੀ ਚੱਲ ਪਈ ਸੀਗੀ ਸੋ ਇਹਨਾਂ ਸਾਰੇ ਇੰਡਸਟਰੀਜ਼ ਬਾਰੇ ਅਸੀਂ ਹੁਣ ਮੀਨਸ अलग-अलग ਵੇ ਦੇ ਨਾਲ ਪੜਾਂਗੇ ਕੱਲੀ ਇੰਡਸਟਰੀ ਨੂੰ ਮੈਂ ਤੁਹਾਨੂੰ ਦੱਸੂਗੀ ਕਿ ਕਿੱਥੇ ਇੰਡਸਟਰੀ ਜਿਹੜੀ ਸੀਗੀ ਸੈਟਅਪ ਹੋਈ ਸੀਗੀ ਠੀਕ ਹੈ ਕਿੰਨੇ ਸਨ 'ਚ ਸੈਟਅਪ ਹੋਈ ਸੀਗੀ ਇਹਦਾ ਕੀ यूज़ रहा ਸੀਗਾ चलिए सबसे पहले अब हम करेंगे कॉटन टेक्सटाइल इंडस्ट्री ठीक है कॉटन टेक्सटाइल इंडस्ट्री जो थी डेट इज़ बेसिकली जो स्टार्ट थी इसकी जो एस्टेब्लिशमेंट थी वो की गई थी इन द ईयर 1853 में सबसे फर्स्ट और पहली इंडस्ट्री जो थी ये खोली गई थी इन बॉम्बे ठीक है देन इसके अलावा काफ़ी सारी मीन्स कॉटन मिल्स जो थी वो इस्टेब्लिश की गई थी काफ़ी सारी कॉटन मिल्स इस्टेब्लिश की थी ये मिल्स वहाँ पर इस्टेब्लिश की गई थी जहाँ पर कॉटन की मीन्स खेती वगैरह की जाती थी ठीक है जैसे अहमदाबाद हो गया नागपुर हो गया काफ़ी सारी मीन्स मिल्स वगैरह खोली गई इसके आसपास 1877 में ठीक है देन और ये कहा जाता है कि 1879 में राउंड अबाउट 59 कॉटन मिल्स जो थी उसकी एस्टेब्लिशमेंट की गई 59 कॉटन मिल्स पहले तो सिर्फ बॉम्बे में खोली गई थी देन इसके अलावा कुछ जो थी वो अहमदाबाद में या नागपुर में खोली गई थी क्योंकि यहाँ पर इसकी कॉटन की प्रोडक्शन ज़्यादा थी ठीक है देन 1879 में इसकी टोटल 59 कॉटन मिल्स खोली गई थी जिसमें कम से कम 43,000 लोग जो थे वो काम करते थे 43,000 ठीक है देन इसका जो मिल का नंबर जो था दैट वाज क्वाइट रेज्ड कुछ सालों के बाद 1905 में ये जो कॉटन मिल्स का जो नंबर था वो इंक्रीज हो गया था अब कितना हो गया था 206 कॉटन इंडस्ट्रीज जो थी कॉटन मिल्स जो थी वो खोली गई थी 1905 तक 206 मिल्लां ਜਿਹੜੀ ਸੀਗੀਆਂ ਖੋਲ ਦਿੱਤੀਆਂ ਗਈਆਂ ਸੀਗੀਆਂ ਇਹ ਸਾਰਾ ਉਸ ਸਮੇਂ ਬ੍ਰਿਟਿਸ਼ ਰਾਜ ਦੇ ਟਾਈਮ ਹੀ ਹੋ ਰਿਹਾ ਸੀਗਾ ਤੇ ਜਿਹਦੇ ਵਿੱਚ ਕਮ ਸੇ ਕਮ 1,96,000 ਲੋਕ ਜਿਹੜੇ ਲੋਕੀ ਜਿਹੜੇ ਸੀਗੇ ਉਹ ਕੰਮ ਕਰਦੇ ਸੀ ਪੀਪਲ वर वर्किंग इन them 1,96,000 ਲੋਕ ਕਿਉਂਕਿ 206 ਮਿਲਾਂ ਆ 1,96,000 ਲੋਕ ਜਿਹੜੇ ਸੀਗੇ ਇਸ ਮਿਲ ਦੇ ਵਿੱਚ ਇਹਨਾਂ ਮਿਲਾਂ ਵਿੱਚ ਕੰਮ ਕਰਦੇ ਸੀਗੇ ਇਹ ਰੇਟ ਕਦੋਂ ਹਾਈ ਹੋਇਆ ਸੀਗਾ 1905 ਦੇ ਵਿੱਚ 1853 ਈਸਵੀ ਵਿੱਚ ਬੰਬੇ ਦੇ ਵਿੱਚ ਪਹਿਲੀ ਇੰਡਸਟਰੀ ਖੋਲੀ ਗਈ ਕਾਟਨ ਦੀ ਠੀਕ ਹੈ ਦੈਨ ਜਿੱਥੇ ਜਿੱਥੇ ਦੀ ਪ੍ਰੋਡਕਸ਼ਨ ਮੀਨ ਜਿੱਥੇ ਜਿੱਥੇ ਦੀ ਖੇਤੀ ਹੁੰਦੀ ਸੀਗੀ ਉਹਦੇ ਲਾਗੇ ਜਿਹੜੇ ਸੀਗੀ ਅਹਿਮਦਾਬਾਦ ਨਾਗਪੁਰ ਉੱਥੇ ਕਾਟਨ ਮਿੱਲਾਂ ਹੋਰ ਜ਼ਿਆਦਾ ਖੋਲੀ ਗਈਆਂ ਠੀਕ ਹੈ ਦੈਨ 1879 ਦੇ ਵਿੱਚ ਕਮ ਸੇ ਕਮ 59 ਕਾਟਨ ਮਿਲਸ ਖੋਲੀਆਂ ਗਈਆਂ ਜਿਹਦੇ ਵਿੱਚ 43,000 ਜਿਹੜੇ ਲੋਕੀ ਜਿਹੜੇ ਸੀਗੇ ਕੰਮ ਕਰਦੇ ਸੀਗੇ ਦੈਨ ਇਸ ਤੋਂ ਬਾਅਦ 1905 ਦੇ ਵਿੱਚ 206 ਕਾਟਨ ਮਿੱਲਾਂ ਦੀ ਮੀਨਸ ਐਸਟੈਬਲਿਸ਼ਮੈਂਟ ਹੋ ਚੁੱਕੀ ਸੀ ਜਿਸ ਦੇ ਵਿੱਚ ਕਮ ਸੇ ਕਮ 1,96,000 ਮੀਨਸ 1,96,000 ਜਿਹੜੇ ਲੋਕੀ ਜਿਹੜੇ ਸੀਗੇ ਉਹ ਕੰਮ ਕਰਦੇ ਸੀ ਇਹ ਸੀਗੀ कॉटन टेक्सटाइल इंडस्ट्री। तो नेक्स्ट अब हम बात करेंगे जूट इंडस्ट्री की।
जूट इंडस्ट्री में बेसिकली मीन्स जो बोरियां वगैरह बनाई जाती हैं वो बेसिकली जूट की होती थी, ठीक है, उस टाइम ड्यूरिंग द ब्रिटिश रूल, ठीक है। जैसे मैट्स वगैरह हो गए, जैसे डोर मैट्स वगैरह रखते हैं, वो सारे जूट के बने होते थे, ठीक है। सो जूट इंडस्ट्री बेसिकली यूज टू मेक मैट्स एंड सैक्स, ठीक है, बोरियां जिसे हम कहते हैं। लाइक यू कैन सी इन दिस पिक्चर कि जैसे बोरियां वगैरह बनाई जाती थी, ठीक है। यूरोपियंस जो थे उनका ज़्यादा मीन्स इस चीज़ के ऊपर अधिकार था, मीन्स मोनोपली, मोनोपली मीन्स किसी एक चीज़ का एकाधिकार इस इंडस्ट्री के ऊपर ज़्यादा था। सो जूट इंडस्ट्री इतनी ज़्यादा मीन्स पॉपुलराइज नहीं हुई थी ड्यूरिंग द ब्रिटिश रूल जितनी कि कॉटन टेक्सटाइल इंडस्ट्री हुई थी, ठीक है। बट स्टिल आपको मैं बता देती हूँ, ये जो फर्स्ट फैक्ट्री जो थी जूट की, दैट वाज ओपन इन सहारनपुर इन 1854, ठीक है। और जो कॉटन टेक्सटाइल इंडस्ट्री थी, रिमेंबर दैट, वो कहाँ पर एस्टेब्लिश हुई थी फर्स्ट? बॉम्बे में। देन लेटर ऑन उसकी प्रोडक्शन, सॉरी उसकी जो इंडस्ट्री जो थी, जो फैक्ट्रीज कहाँ पर सेटअप की थी, जहाँ पर उसकी मीन्स कॉटन जो थी जहाँ पर उगाई जाती थी ज़्यादा, मीन्स अहमदाबाद और नागपुर में। और जूट इंडस्ट्री अगर हम बात करें वो है बेसिकली सहारनपुर, दैट मीन्स इन उत्तर प्रदेश, उत्तर प्रदेश में ये जगह मीन्स पड़ती है। सो नंबर ऑफ फैक्ट्रीज जो थी जूट्स की, इसके अलावा बंगाल में भी ओपन की गई थी, ठीक है। जो फर्स्ट थी वो उत्तर प्रदेश सहारनपुर में की गई थी 1854 to 55, एस्टेब्लिश करने में इतना टाइम लग गया था। देन 20th सेंचुरी के बिगिनिंग में इसका नंबर जो था वो तो इंक्रीज हो गया था। कितना इसका नंबर हो गया था? डेट वाज अबाउट 36। अगर हम उसी की बात करें जो जूट की, तो जो कॉटन टेक्सटाइल जो थी मीन्स उसका जो नंबर था वो काफ़ी ज़्यादा था एज कम्पेयर टू जूट। नेक्स्ट जो इंडस्ट्री आती है डेट इज़ द कोल माइनिंग इंडस्ट्री, कोयले की खदानें जैसे होती थी, ठीक है। ड्यूरिंग द ब्रिटिश रूल उस समय क्या था कि जो ज़्यादातर जो फैक्ट्रीज चलती थी वो किस तरह चलती थी? वो रन बाय कोयले की मदद से चलती थी। मोरोवर उस समय जैसे ब्रिटिशर्स के टाइम, जैसे आजकल के टाइम अगर हम बात करें, जो रेलवेज जो होती हैं, जो ट्रेन्स वगैरह हैं, वो तो जैसे इलेक्ट्रिक भी आ गई हैं, ठीक है, जैसे मेट्रो वगैरह होगी। पर उस समय बिल्कुल भी ऐसा नहीं था। उस समय जो ट्रेन्स थी, जो ट्रेन्स वगैरह जो चलती थी वो बेसिकली मीन्स कोयले से चलती थी। सो कोल वॉज ऑल्सो नीडेड फॉर द रेलवेज ऑल्सो। एक तो फैक्ट्रीज के लिए काम करने के लिए चाहिए थी, और सेकेंड पर्पज क्या था? रेलवेज के लिए भी चाहिए थी। सो स्पेशल अटेंशन वॉज गिवन टू द कोल माइनिंग इंडस्ट्रीज। कोयले की खदानों की तरफ मीन्स कुछ ज़्यादा ही जो था मीन्स ध्यान दिया गया था, क्योंकि इसकी जो ज़रूरत थी वो काफ़ी ज़्यादा थी एज़ कम्पेयर टू कपड़े की, ठीक है। सो सबसे पहले कोल माइनिंग जो थी वो इस्टेब्लिश की गई थी रानीगंज में इन 1854, ठीक है। देन इसके अलावा 1880 तक इसका जो नंबर था कोल माइनिंग का वो इंक्रीज कर दिया था, 56 तक कोल माइनिंग इंडस्ट्रीज हो गई थी। देन 1885 तक 1885 ਦੇ ਵਿੱਚ ਆਂਦੇ ਆਂਦੇ ਤੱਕ ਜਿਹੜਾ ਇਹਦਾ ਨੰਬਰ ਸੀਗਾ ਉਹ 123 ਹੋ ਗਿਆ ਸੀਗਾ। कुछ इस तरह होती थी कोल माइनिंग इंडस्ट्री। मोस्टली ये मीन्स वहाँ पर ही ज़्यादा बनाई जाती थी जहाँ पर रेलवे का काम होता था, क्योंकि इसकी काफ़ी ज़्यादा मीन्स ज़रूरत होती थी ड्यूरिंग दी, जैसे ट्रेन के टाइम काफ़ी ज़्यादा इसकी ज़रूरत पड़ती थी, ठीक है। देन इसके अलावा फैक्ट्रीज को चलाने में कोयले की काफ़ी ज़्यादा ज़रूरत थी, ठीक है। सो सबसे पहले जो थी मेन इसकी दो खाने जो थी कोयले की खदानें जिसे हम कहते हैं, वो थी रानीगंज में, ठीक है। इसका फिर नंबर इन्होंने इंक्रीज़ किया था, 56 किया। देन इसके बाद इसकी और ज़्यादा इंडस्ट्रीज जो थी एस्टैब्लिश की थी। वो कितना नंबर हुआ था? 123 मीन्स इतनी ज़्यादा जो थी कोल माइनिंग इंडस्ट्रीज इन्होंने एस्टैब्लिश कर दी थी। नेक्स्ट जो है अब हम करेंगे इंडिगो प्लांटेशन इंडस्ट्री। अब बेसिकली इसमें क्या हुआ था कि लोगों से ज़बरदस्ती मीन्स फोर्सफुली जो था नील की खेती करवाई जाती थी। ये मोस्टली जो खेती थी वो बेसिकली करवाई गई थी बंगाल और बिहार में, ठीक है। चाहे मैन हो चाहे वुमेन हो, ठीक है, सभी जो थे इसकी खेती की तरफ इन्होंने मीन्स ब्रिटिशर्स ने इन सारे लोगों को लेकर आना इन्होंने स्टार्ट कर दिया था, ठीक है। इसकी जो थी मीन्स काफ़ी ज़्यादा ज़रूरत थी ब्रिटिशर्स को इंडिगो की, ठीक है।
देन विद द पैसेज ऑफ टाइम सिंथेटिक इंडिको की उन्हें ज़्यादा मीन्स प्रोडक्शन की ज़रूरत चाहिए थी, ज़्यादा उन्हें मीन्स ज़रूरत थी सिंथेटिक इंडिको. सो देयर इज़ अ डिफरेंस बिटवीन अ नेचुरल इंडिको एंड द सिंथेटिक इंडिको. विद द पैसेज ऑफ टाइम इन्होंने सिंथेटिक इंडिको जो था मीन्स वो ज़्यादा यूज़ करना स्टार्ट कर दिया था, क्योंकि वो कमर्शियल पर्पज़ के लिए यूज़ होता था सिंथेटिक इंडिको जो था, एज़ कम्पेयर टू जो नेचुरल इंडिको है. ठीक है. सो अगर हम बात करें जो प्रोडक्शन थी इंडिको की, वो स्टार्ट हुई थी बंगाल एंड बिहार में बाय द एंड ऑफ 18th सेंचुरी. ठीक है. लोगों को जबरदस्ती फोर्सफुली दे वर पुट टू वर्क इन द बिग इंडिगो प्लांटेशन दैट वाज सेट अप बाय द यूरोपियंस. ठीक है. कम से कम 35 लाख हेक्टर जो लैंड थी वो किसके अंडर, किसकी कल्टीवेशन के लिए दी जाती थी, इंडिगो की, इन 1825 में. बट इट रिड्यूस, इसका जो रेट था वो रिड्यूस हो गया था. वो कितना आ गया था, वो 3 to 4 लाख हेक्टर जो था 1950 तक, इतना एरिया जो था वो कवर अप किया जाता था. क्यों? बिकॉज ऑफ द इंट्रोडक्शन ऑफ द सिंथेटिक इंडिगो. सिंथेटिक इंडिगो जो था वो 1879 में आ गया था. इसी के कारण जो था जो नेचुरल इंडिगो जो थी उसकी प्रोडक्शन जो थी अब वो कम हो गई थी. लेकिन अगर आपने जो मेरा पिछला जो चैप्टर है, अगर आपने उसका अच्छे तरीके से अगर आपने सुना होगा तो आपको पता होगा कि मैंने जो ट्राइबल वाला करवाया था, कलोनियलिज्म एंड द ट्राइबल सोसाइटी, जिसमें मैंने बताया कि जो ट्राइबल जो लोग थे उन्होंने क्यों रिवोल्ट किया था. बिकॉज ऑफ दिस, बिकॉज ऑफ द ब्रिटिश राज, उन्होंने जो था ट्राइबल लोगों को इतना ज़्यादा फोर्स कर दिया था कि वो इंडिगो की खेती करें. काफ़ी सारे जो मेन लीडर्स जो थे, लाइक बिरसा मुंडा हो गया, लाइक अदर जो मेन लीडर्स जो थे वो आगे आए थे, वो इस चीज़ के खिलाफ खड़े हुए थे. बट ऑल दीज थिंग्स वर, आप कह सकते हो दैट ऑल दीज थिंग्स दैट जस्ट उनकी वेस्टेज गई थी, वेस्टेज हुई थी. दैट ऑल दीज थिंग्स केम इन टू अ वेन. उसका कोई मीन्स लाइक सिट्टा वगैरह मीन्स कुछ भी नहीं निकलिया सीगा. ठीक है. ਉਹਨਾਂ ਨੂੰ ਫੋਰਸਫੁਲੀ ਜਿਹੜਾ ਸੀਗਾ ਇਸ ਪਲਾਂਟੇਸ਼ਨ ਵਿੱਚ, ਇਸ ਕਲਟੀਵੇਸ਼ਨ ਨੂੰ ਜਿਹੜਾ ਸੀਗਾ ਅੱਗੇ ਪ੍ਰਮੋਟ ਕਰਨਾ ਪਿਆ. ਠੀਕ ਹੈ. ਦੈਨ ਜਦੋਂ ਸਿੰਥੈਟਿਕ ਇੰਡੀਗੋ ਜਿਹੜੀ ਸੀਗੀ, ਸਿੰਥੈਟਿਕ ਇੰਡੀਗੋ ਜਿਹੜਾ ਮੀਨਸ 1879 ਵਿੱਚ ਜਦੋਂ ਉਹ ਆ ਗਈ, ਦੈਨ ਜਿਹੜੀ ਨੈਚੁਰਲ ਇੰਡੀਗੋ ਜਿਹੜੀ ਹੈਗੀ ਆ ਉਹਦੀ ਪ੍ਰੋਡਕਸ਼ਨ ਘਟ ਗਈ. ਸੋ ਇਹ ਸੀਗਾ ਇੰਡੀਗੋ ਪਲਾਂਟੇਸ਼ਨ ਇੰਡਸਟਰੀ. ਨੈਕਸਟ ਜਿਹੜਾ ਹੈਗਾ ਅਸੀਂ ਕਰਾਂਗੇ ਹੁਣ ਟੀ ਪਲਾਂਟੇਸ਼ਨ ਇੰਡਸਟਰੀ. ਟੀ ਪਲਾਂਟੇਸ਼ਨ ਇੰਡਸਟਰੀ ਦੇ ਵਿੱਚ बेसिकली मीनस सब तो पहले उन्होंने एस्टैब्लिश की सीगी असम टी कंपनी. असम टी कंपनी जी सी एस्टैब्लिश की सीगी 1834 दे विच. ठीक है. 1834 दे विच जी इन्होंने ये एस्टैब्लिश की सीगी. ठीक है. तो फस्ट जो टी गार्डन जोड़ा हैगा आ वो जो एस्टैब्लिश किया सीगा दैट वाज बाय द ब्रिटिशर्स इन असम दे विच एस्टैब्लिश किया सीगा 1852 दे विच. ਜਿਹੜਾ ਉਹਨਾਂ ਨੇ ਫਸਟ ਟੀ ਗਾਰਡਨ ਜਿਹੜਾ ਸੀਗਾ ਐਸਟੈਬਲਿਸ਼ ਕੀਤਾ ਸੀਗਾ ਉਹ 1852 ਦੇ ਵਿੱਚ ਕੀਤਾ ਸੀਗਾ. ਜਿਹਦੇ ਵਿੱਚ 1920 ਦੇ ਵਿੱਚ ਕੀ ਸੀਗਾ ਕਿ ਜਿਹੜੀ ਟੀ ਜਿਹੜੀ ਸੀਗੀ ਉਹਦੀ ਪ੍ਰੋਡਕਸ਼ਨ ਕਿੱਥੇ ਕੀਤੀ ਗਈ ਸੀਗੀ, ਵਾਸ ਨੀਅਰਲੀ ਕਿੰਨੀ ਲੈਂਡ, ਜਿਹੜਾ ਮੀਨਸ ਲੈਂਡ ਦਾ ਕਿੰਨਾ ਏਰੀਆ ਸੀਗਾ, 7 ਲੱਖ ਹੈਕਟਰ ਲੈਂਡ ਜਿਹੜੀ ਸੀਗੀ ਉਹ ਯੂਜ਼ ਕੀਤੀ ਗਈ ਸੀਗੀ ਟੀ ਦੀ ਪ੍ਰੋਡਕਸ਼ਨ ਦੇ ਵਾਸਤੇ. ठीक है. तो ये क्या जाता है उस समय ये जी नैट वर्थ जी सी दैट वाज अबाउट 34 करोड़. 34 करोड़ जी सी नैट वर्थ सी. बिकॉज ये होर कंट्रीज से भी जी सी मीनस ये प्रोडक्शन जी सी की जाती सी. लेटर ऑन इस तो अलावा जिदा आसाम च तो यानी कि कंपनी इन्होंने स्टार्ट कर दी सी कि इस तरह मीन सैटअप करना है, पर उन्होंने जो इंप्लीमेंट कदों किया आसाम जो इंप्लीमेंट कदों होया 1852 फस्ट गार्डन जो एस्टैब्लिश किया गया. तो 7 ਲੱਖ ਹੈਕਟਰ ਲੈਂਡ ਜਿਹੜੀ ਸੀਗੀ ਇਹਦੇ ਰਿਲੇਟਿਡ ਯੂਜ਼ ਕੀਤੀ ਗਈ ਸੀਗੀ. ਤਾਂ ਉਹਦੇ ਵਿੱਚ ਉਹਨਾਂ ਨੂੰ ਕਿੰਨਾ ਮੁਨਾਫਾ ਹੋਇਆ ਸੀਗਾ 34 ਕਰੋੜ ਨੈਟ ਵਰਥ ਜਿਹੜੀ ਸੀਗੀ ਨਿਕਲੀ ਸੀਗੀ. ਦੈਨ ਇਸ ਤੋਂ ਇਲਾਵਾ ਟੀ ਗਾਰਡਨ ਜਿਹੜੇ ਸੀਗੇ ਅਸਾਮ ਤੋਂ ਇਲਾਵਾ ਜਿਹੜੇ ਸੀਗੇ ਕਾਂਗੜਾ ਦੇ ਵਿੱਚ ਵੀ ਐਸਟੈਬਲਿਸ਼ ਕੀਤੇ ਗਏ, ਦੈਨ ਨੀਲਗਿਰੀ ਦੇ ਵਿੱਚ ਵੀ ਐਸਟੈਬਲਿਸ਼ ਕੀਤੇ ਗਏ. ਠੀਕ ਹੈ. ਸੋ ਟੀ ਪਲਾਂਟੇਸ਼ਨ ਹੋਈ. ਠੀਕ ਹੈ. ਕੰਪਨੀ ਇੱਕ ਸਟਾਰਟ ਕੀਤੀ ਗਈ 1834 ਦੇ ਵਿੱਚ, ਬਟ ਉਹਨੂੰ ਇੰਪਲੀਮੈਂਟੇਸ਼ਨ ਕਦੋਂ ਮਿਲੀ ਹੈਗੀ ਅਸਾਮ ਦੇ ਵਿੱਚ 1852 ਦੇ ਵਿੱਚ. ਤੇ ਕਿੰਨੇ ਏਰੀਆ ਦੇ ਵਿੱਚ ਜਿਹੜਾ ਸੀਗਾ ਇਹ ਸਾਰਾ ਸਟਾਰਟ ਕੀਤਾ ਗਿਆ ਸੀਗਾ 7 ਲੱਖ ਹੈਕਟਰ ਲੈਂਡ ਜਿਹੜੀ ਸੀਗੀ ਯੂਜ਼ ਕੀਤੀ ਗਈ ਸੀਗੀ ਇਸ ਚਾਹ ਨੂੰ ਉਗਾਉਣ ਦੇ ਲਈ. ਉਹਦੇ ਵਿੱਚ ਉਹਦੀ ਨੈਟ ਵਰਥ ਕਿੰਨੀ ਨਿਕਲੀ 34 ਕਰੋੜ.
ਦੈਨ ਇਸ ਤੋਂ ਇਲਾਵਾ ਅਸਾਮ ਤੋਂ ਇਲਾਵਾ ਜਿਹੜਾ ਸੀਗਾ ਉਹ ਟੀ ਗਾਰਡਨ ਕਿੱਥੇ ਐਸਟੈਬਲਿਸ਼ ਕੀਤੇ ਗਏ, ਕਾਂਗੜਾ 'ਚ, ਮੋਰਓਵਰ ਨੀਲਗਿਰੀ ਦੇ ਵਿੱਚ। ਨੈਕਸਟ ਅਸੀਂ ਇੰਡਸਟਰੀ ਕਰਾਂਗੇ ਕਾਫੀ ਪਲਾਂਟੇਸ਼ਨ ਇੰਡਸਟਰੀ। ਹੁਣ ਬੇਸਿਕਲੀ ਇਸ ਟੀ ਤੋਂ ਇਲਾਵਾ ਜਿਹੜਾ ਸੀਗਾ ਕਾਫੀ ਵੀ ਜਿਹੜੀ ਸੀਗੀ ਇੱਥੇ ਉਹਦੀ ਕਲਟੀਵੇਸ਼ਨ ਕੀਤੀ ਗਈ ਸੀਗੀ, ਬਟ ਉਹ ਇੰਨੀ ਜ਼ਿਆਦਾ ਫੇਮਸ ਨਹੀਂ ਹੋਈ ਸੀਗੀ। ਕਿਉਂ ਨਹੀਂ ਹੋਈ ਸੀ? ਬਿਕੋਜ਼ ਆਫ ਦ ਬ੍ਰਾਜ਼ੀਲੀਅਨ ਕਾਫੀ। ਬ੍ਰਾਜ਼ੀਲੀਅਨ ਕਾਫੀ ਇੰਨੀ ਜ਼ਿਆਦਾ ਬਿਹਤਰ ਮੰਨੀ ਜਾਂਦੀ ਸੀਗੀ ਐਜ਼ ਕੰਪੇਅਰ ਟੂ ਇੰਡੀਅਨ ਕਾਫੀ ਦੇ ਨਾਲੋਂ, ਜਿਹਦੇ ਕਾਰਨ ਮੀਨਸ ਉਹਦੀ ਪ੍ਰੋਡਕਸ਼ਨ ਜਿਹੜੀ ਸੀਗੀ ਇੰਨੀ ਜ਼ਿਆਦਾ ਨਹੀਂ ਹੋਈ ਸੀਗੀ। ਸੋ ਫਸਟ ਜਿਹੜੀ ਕਾਫੀ ਗਾਰਡਨ ਜਿਹੜਾ ਸੀਗਾ ਐਸਟੈਬਲਿਸ਼ ਕੀਤਾ ਗਿਆ ਸੀਗਾ, ਦੈਟ ਵਾਜ਼ ਇਨ ਦੀ ਸਾਊਥ ਇੰਡੀਅਨ 1840 ਦੇ ਵਿੱਚ ਜਿਹੜਾ ਸੀਗਾ ਐਸਟੈਬਲਿਸ਼ ਕੀਤਾ ਗਿਆ ਸੀਗਾ, ਸਾਊਥ ਇੰਡੀਆ ਦੇ ਵਿੱਚ ਕੀਤਾ ਗਿਆ ਸੀਗਾ। ਲੇਟਰ ਔਨ ਜਿਹੜੇ ਸੀਗੇ ਇਹਦੇ ਕਾਫੀ ਦੇ ਗਾਰਡਨ ਜਿਹੜੇ ਸੀਗੇ ਮਾਈਸੂਰ, ਕੁਰਗ, ਨੀਲਗਿਰੀ, ਮਾਲਾਬਾਰ ਏਰੀਆਜ਼ ਵਿੱਚ ਵੀ ਜਿਹੜੇ ਮੀਨਸ ਐਸਟੈਬਲਿਸ਼ ਕਰ ਦਿੱਤੇ ਗਏ ਸੀਗੇ। ਠੀਕ ਹੈ, ਇਹ ਇੰਡਸਟਰੀ ਮੀਨ ਜਿਹੜੀ ਸੀਗੀ ਜ਼ਿਆਦਾ ਨਹੀਂ ਚੱਲਦੀ ਸੀਗੀ। ਇਟ ਸਫਰਡ ਅ ਲੋਟ ਬਿਕੋਜ਼ ਆਫ ਦ ਕੰਪੀਟੀਸ਼ਨ ਵਿਦ ਦ ਬ੍ਰਾਜ਼ੀਲੀਅਨ ਕਾਫੀ। ਬ੍ਰਾਜ਼ੀਲੀਅਨ ਕਾਫੀ ਦੇ ਆਉਣ ਦੇ ਕਾਰਨ ਜਿਹੜੀ ਇੰਡੀਅਨ ਕਾਫੀ ਜਿਹੜੀ ਸੀਗੀ ਉਹਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਘੱਟ ਗਈ ਸੀਗੀ। ਮੀਨਸ ਉਹਦੀ ਪਪੂਲੈਰਿਟੀ ਇੰਨੀ ਜ਼ਿਆਦਾ ਨਹੀਂ ਸੀਗੀ ਬਿਕੋਜ਼ ਆਫ ਦੀ ਬ੍ਰਾਜ਼ੀਲੀਅਨ ਕਾਫੀ ਜਿਹੜੀ ਸੀਗੀ ਉਹ ਕਾਫੀ ਮੀਨਸ ਫਾਈਨ ਕੁਆਲਿਟੀ ਦੀ ਮੰਨੀ ਜਾਂਦੀ ਸੀਗੀ। ਦੈਨ ਲਾਸਟ ਐਂਡ ਇੰਪੋਰਟੈਂਟ ਚੀਜ਼ ਹੈਗੀ ਦੈਟ ਇਜ਼ ਦ ਇੰਪੋਰਟੈਂਸ ਆਫ ਗਰੋਥ ਆਫ ਮਾਡਰਨ ਇੰਡਸਟਰੀ। ਮੀਨਸ ਉਸ ਹੁਣ ਜਿਹੜੀ ਮਾਡਰਨ ਇੰਡਸਟਰੀਜ਼ ਮੀਨ ਜਿਹੜੀ ਅਸੀਂ ਹੁਣ ਇੰਡਸਟਰੀਜ਼ ਕੀਤੀਆਂ ਹੈਗੀਆਂ, ਕਾਟਨ ਟੈਕਸਟਾਈਲ ਹੋ ਗਈ, ਜੂਟ ਹੋ ਗਈ ਆ, ਇੰਡੀਗੋ ਹੋ ਗਈ ਆ, ਟੀ ਹੋ ਗਈ ਆ, ਕਾਫੀ ਹੋ ਗਈ ਆ, ਮੀਨਸ ਜਿਹੜੀ ਇੰਨੀ ਸਾਰੀਆਂ ਇੰਡਸਟਰੀਜ਼ ਦੀ ਜਿਹੜੀ ਅਸੀਂ ਹੁਣ ਗੱਲ ਕੀਤੀ, ਮੀਨਸ ਉਸ ਚੀਜ਼ ਦਾ ਹੁਣ ਇੰਪੈਕਟ ਕੀ ਨਿਕਲਿਆ ਹੈਗਾ ਆ, ਉਸ ਚੀਜ਼ ਦਾ ਕੀ ਇੰਪੋਰਟੈਂਸ ਨਿਕਲੀ ਹੈਗੀ, ਉਸ ਚੀਜ਼ ਦਾ ਮੀਨਸ ਸੋਸਾਇਟੀ ਦੇ ਉੱਪਰ ਕੀ ਇੰਪੈਕਟ ਪਿਆ ਹੈਗਾ ਆ। ਕਿ ਜਦੋਂ ਮਾਡਰਨ ਇੰਡਸਟਰੀਜ਼ ਦੀ ਗਰੋਥ ਹੋਈ ਹੈਗੀ ਆ ਇੰਡੀਆ ਦੇ ਵਿੱਚ, ਠੀਕ ਹੈ, ਉਹਦਾ ਇਫੈਕਟ ਜਿਹੜਾ ਹੈਗਾ ਆ ਉਹਦੀ ਇਕੋਨਮੀ ਅਤੇ ਉਹਦੇ ਸੋਸ਼ਲ ਲਾਈਫ ਦੇ ਉੱਪਰ ਬਹੁਤ ਜ਼ਿਆਦਾ ਪਿਆ ਹੈਗਾ ਆ। ਲੋਕਾਂ ਦੀ ਸੋਸ਼ਲ ਲਾਈਫ ਦੇ ਉੱਪਰ ਅਤੇ ਲੋਕਾਂ ਦੇ ਇਕਨੋਮਿਕ ਸਿਸਟਮ ਦੇ ਉੱਪਰ ਬਹੁਤ ਜ਼ਿਆਦਾ ਇਫੈਕਟ ਪਿਆ ਆ। ਬਿਕੋਜ਼ ਉਹਨਾਂ ਕੀ ਹੋਇਆ ਸੀਗਾ, ਦੋ ਕਲਾਸਿਸ ਜਿਹੜੀਆਂ ਸੀਗੀਆਂ ਉਹ ਇਮਰਜ ਹੋਈਆਂ ਸੋਸਾਇਟੀ ਦੇ ਵਿੱਚ। ਦੋ ਕਲਾਸਿਸ ਕਿਹੜੀ ਸੀਗੀਆਂ? ਨੰਬਰ 1 ਸਭ ਤੋਂ ਪਹਿਲਾਂ ਆਉਂਦੀ ਹੈਗੀ ਕੈਪੀਟਲਿਸਟ, ਠੀਕ ਹੈ। ਦੈਨ ਨੰਬਰ 2 ਜਿਹੜੀ ਆਉਂਦੀ ਹੈਗੀ ਦੈਟ ਇਜ਼ ਕਾਲਡ ਦੀ ਵਰਕਰਸ। ਸੋ ਦੋ ਕਲਾਸਿਸ ਆ ਗਈਆਂ ਹੈਗੀਆਂ, ਠੀਕ ਹੈ। ਨੰਬਰ 1 ਜਿਹ 'ਚ ਆਉਂਦੀ ਹੈਗੀ ਆ ਕੈਪੀਟਲਿਸਟ, ਠੀਕ ਹੈ। ਨੰਬਰ 2 ਜਿਹ 'ਚ ਆਉਂਦੀ ਹੈਗੀ ਆ ਵਰਕਰਸ। ਹੁਣ ਇਹਦਾ ਬੇਸਿਕਲੀ ਕੀ ਰੋਲ ਹੈਗਾ ਦੋ ਮੇਨ ਕਲਾਸਿਸ ਦਾ, ਕਿ ਮੈਕਸਿਮਮ ਐਕਸਪਲੋਇਟੇਸ਼ਨ ਹੁੰਦੀ ਸੀਗੀ। ਮੈਕਸਿਮਮ ਐਕਸਪਲੋਇਟੇਸ਼ਨ ਹੁੰਦੀ ਸੀ, ਉਹ ਕੌਣ ਕਰਦਾ ਸੀਗਾ? ਕੈਪੀਟਲਿਸਟ ਜਿਹੜੇ ਸੀਗੇ ਮੈਕਸਿਮਮ ਐਕਸਪਲੋਇਟੇਸ਼ਨ ਕਰਦੇ ਸੀਗੇ। ਕਿਹਦੀ ਕਰਦੇ ਸੀਗੇ? ਵਰਕਰਸ ਦੀ ਕਰਦੇ ਸੀਗੇ। ਕਾਫੀ ਜ਼ਿਆਦਾ ਐਕਸਪਲੋਇਟੇਸ਼ਨ ਹੁੰਦੀ ਸੀਗੀ, ਠੀਕ ਹੈ। ਕਿਉਂਕਿ ਇਹਦੇ ਵਿੱਚ ਕੀ ਸੀਗਾ ਕਿ ਜਿਹੜੇ ਵੱਡੇ ਜਿਹੜੇ ਮੇਨਸ ਜਿਹੜੇ ਰਿਚ ਲੋਕ ਹੁੰਦੇ ਸੀਗੇ ਉਹ ਵਰਕਰਸ ਨੂੰ ਕੀ ਕਰਦੇ ਸੀਗੇ, ਉਹਨਾਂ ਕੋਲ ਕੰਮ ਜ਼ਿਆਦਾ ਲੈਂਦੇ ਸੀਗੇ, ਬਟ ਉਹਨਾਂ ਦੀ ਇਨਕਮ ਜਿਹੜੀ ਸੀਗੀ ਬਹੁਤ ਹੀ ਘੱਟ ਰੱਖਦੇ ਸੀਗੇ। ਇਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਕਰਦੇ ਸੀਗੇ। ਤੇ ਵਰਕਰਸ ਦੀ ਕੰਡੀਸ਼ਨ ਨੂੰ ਇੰਪਰੂਵ ਕਰਨ ਦੇ ਲਈ ਨੰਬਰ ਆਫ ਜਿੱਦਾਂ ਕਿ ਫੈਕਟਰੀ ਐਕਟਸ ਜਿਹੜੇ ਸੀਗੇ ਬਣਾਏ ਜਾਂਦੇ ਸੀਗੇ ਵਿਦ ਦ ਪੈਸੇਜ ਆਫ ਟਾਈਮ ਡਿਊਰਿੰਗ ਦ ਬ੍ਰਿਟਿਸ਼ ਰੂਲ, ਤਾਂ ਕਿ ਜਿਹੜੇ ਹੈਗੇ ਆ ਵਰਕਰਸ ਜਿਹੜੇ ਹੈਗੇ ਆ ਮੀਨਸ ਉਹਨਾਂ ਨੂੰ ਸ਼ਾਂਤ ਕੀਤਾ ਜਾ ਸਕੇ। ਸੋ ਇੰਡਸਟਰੀਜ਼ ਦੀ ਇਸ ਤੋਂ ਇਲਾਵਾ ਗਰੋਥ ਦੇ ਕਾਰਨ ਕੀ ਹੋਇਆ ਸੀਗਾ, ਕਾਫੀ ਨਿਊ ਸਿਟੀਜ਼ ਜਿਹੜੀਆਂ ਸੀਗੀਆਂ ਉਹ ਐਸਟੈਬਲਿਸ਼ ਹੋਈਆਂ, ਠੀਕ ਹੈ। ਤੇ ਇਹਨਾਂ ਨਿਊ ਸਿਟੀਜ਼ ਦੇ ਕਾਰਨ ਕੀ ਹੋਇਆ ਸੀਗਾ ਕਿ ਮਾਡਰਨ ਲਾਈਫ ਤੇ ਕਲਚਰ ਜਿਹੜਾ ਸੀਗਾ that became the center of modern life and the culture, ਠੀਕ ਹੈ। ਕਾਫੀ ਨਿਊ ਸਿਟੀਜ਼ ਜਿਹੜੇ ਸੀਗੇ ਇਮਰਜ ਹੋਈਆਂ, ਸੋਸ਼ਲ ਸਟਰਕਚਰ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆਈਆਂ, ਲੋਕਾਂ ਦੀ ਮੈਂਟੈਲਿਟੀ ਜਿਹੜੀ ਸੀਗੀ ਬਹੁਤ ਜ਼ਿਆਦਾ ਚੇਂਜ ਹੋਣੀ ਸਟਾਰਟ ਹੋ ਗਈ ਸੀਗੀ। ਸੋ ਇਹ ਬੇਸਿਕਲੀ ਮੇਨ ਇੰਪੋਰਟੈਂਟ ਇੰਪੈਕਟ ਪਿਆ ਸੀਗਾ ਮਾਡਰਨ ਇੰਡਸਟਰੀ ਦਾ। ਦੈਟ ਮੀਨਸ ਇੱਕ ਪਾਸੇ ਕੈਪੀਟਲਿਸਟ ਆ ਗਏ ਸੀਗੇ ਤੇ ਇੱਕ ਪਾਸੇ ਵਰਕਰਸ ਆ ਗਏ ਸੀਗੇ। ਕੈਪੀਟਲਿਸਟ ਕੀ ਕਰਦੇ ਸੀਗੇ? ਵਰਕਰਸ ਦਾ ਬਹੁਤ ਹੀ ਜ਼ਿਆਦਾ ਮੈਕਸਿਮਮ ਐਕਸਪਲੋਇਟੇਸ਼ਨ ਕਰਦੇ ਸੀ, ਉਹਨਾਂ ਦਾ ਸ਼ੋਸ਼ਣ ਕਰਦੇ ਸੀ। So this is the end of my video guys, thank you for watching. I hope this video will prove very beneficial for you guys, क्योंकि ये जो वीडियो थी मैंने स्पेशली बनाई थी बिकॉज ऑफ द डिमांड, ठीक है। क्लास 8 का ये टॉपिक था, ठीक है। पंजाब स्कूल एजुकेशन बोर्ड की तरफ का जो सिलेबस है, हिस्ट्री का जो मैंने चैप्टर लिया था 11th चैप्टर एसएसटी का, एसएसटी की बुक जो है क्लास 8 की स्टूडेंट्स की, उनका 11th चैप्टर जो था मैंने बनाया था। अगर इसके रिलेटेड आपकी कोई भी क्वेरीज है, अगर आप कोई भी क्वेश्चन वगैरह मुझसे कोई भी कुछ पूछना चाहते हो तो आप मुझसे विदाउट एनी हेजिटेशन आप मुझसे पूछ सकते हो। आई विल डेफिनेटली गिव यू आंसर्स। एंड अभी जो चैप्टर है मैंने आपको सारा कंप्लीट तो करवा दिया है। इसकी जो एक्सरसाइज है लाइक इसके जो वेरी शॉर्ट क्वेश्चंस हो गए या शॉर्ट क्वेश्चंस हो गए, देन फिलिंग इन द ब्लैंक्स होते हैं इसमें, या मैच द फॉलोइंग्स हो गए, ट्रू फॉल्स हो गए, मीन्स वो जो है अब हम नेक्स्ट वीडियो में करेंगे। सो स्टे ट्यून फॉर द नेक्स्ट वीडियो। मिलते हैं हम नेक्स्ट सैटरडे
with the exercise. So till then, take care. Bye bye guys.